ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿ ਸਚਿਆਰਾ ਹੋਈਐ ਕਿ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਈ ਲੋਕ ਇਹਨੂੰ ਸੋਚਦੇ ਨੇ ਮੋਹਰੀਆਂ ਜੀਆਂ ਕੱਢੀਆਂ ਹੋਈਆਂ ਨੇ, ਕੀ ਨੇ? ਮੋਹਰੀਆਂ ਨਹੀਂ ਹੈਗੀਆਂ ਇਹ ਲਾਈਫ, ਇਹ ਤਾਂ ਸਾਡੀ ਲਾਈਫ ਹੈ। ਜਿੱਦਾਂ ਕਿੰਨਰ ਸਮਾਜ ਹੈ, ਹੋਰ ਸਮਾਜ ਹੈ, ਸਾਨੂੰ ਵੀ ਇੱਕ ਨਾ ਮਤਲਬ ਨੋਰਮਲ ਸਮਾਜ 'ਚ ਵਿਤਕਰਾ ਹੋ ਚੁੱਕਿਆ। ਜਿੱਦਾਂ ਬਲਾਈਂਡ ਸਮਾਜ ਇੱਕ ਨਾਮ ਹੀ ਰੱਖ ਦਿੱਤਾ ਗਿਆ ਵੱਖਰਲਾ ਕਿ ਬਲਾਈਂਡ ਸਮਾਜ। ਦਿੱਕਤ ਆਂਦੀ ਵੀ ਰਹੀ ਹੈ ਥੋੜੀ ਬਾਤੀ, ਪਰ ਜ਼ਿਆਦਾ ਨਹੀਂ। ਪਰ ਰੱਬ ਨੂੰ ਨਾਲ ਲੈ ਕੇ, ਆਪਣੇ ਹੌਸਲੇ ਨੂੰ ਨਾਲ ਲੈ ਕੇ ਅਸੀਂ ਚੱਲਦੇ ਰਹੇ ਹਾਂ ਤੇ ਮੁਸੀਬਤਾਂ ਦਾ ਅਸੀਂ ਹਰ ਜਗ੍ਹਾ ਤੇ ਮੁਕਾਬਲਾ ਕੀਤਾ। ਨੋਰਮਲ ਬੰਦੇ ਨੇ ਦੇਖ ਕੇ ਚੀਜ਼ ਚੱਕ ਲੈਣੀ ਵੀ ਆ ਕੱਪ ਪਿਆ, ਗਲਾਸ ਪਿਆ, ਸਾਨੂੰ ਥੋੜਾ ਹੱਥ ਮਾਰ ਕੇ ਚੀਜ਼ ਲੱਭਣੀ ਪੈਂਦੀ ਹੈ ਕਿ ਹਾਂ ਟੱਚ ਕਰਕੇ ਕਈ ਵਾਰ ਨਹੀਂ ਮਿਲਦੀ, ਪਰ ਚੱਕ ਤਾਂ ਲੈਣੇ ਹੀ ਆ ਨਾ, ਚੱਕ ਤਾਂ ਲੈਣੇ ਹੀ ਆ ਨਾ। ਜੇ ਕਿਸੇ ਨੇ ਕਹਿ ਵੀ ਦੇਣਾ ਨਾ ਤੇ ਮੰਮਾ ਨੇ ਕਹਿਣਾ ਨਹੀਂ ਮੇਰੀਆਂ ਕੁੜੀਆਂ ਨੂੰ ਦਿਖਦਾ, ਕਿਉਂ ਨਹੀਂ ਇਹ ਕੰਮ ਕਰ ਸਕਦੀਆਂ। ਅੱਜ ਵੀ ਮੇਰੇ ਮੰਮਾ ਦੀ ਇਹੀ ਗੱਲ ਹੈ ਕਿ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਹਾਂ ਮੇਰੀਆਂ ਕੁੜੀਆਂ ਸਭ ਕੁਝ ਕਰ ਸਕਦੀਆਂ ਆ। ਸਾਡੇ ਰਿਸ਼ਤੇਦਾਰ ਵੀ ਸਾਰੇ ਕਹਿੰਦੇ ਸੀ ਵੀ ਬੇਟੇ ਮਰ ਗਏ ਆ ਤੇਰੇ ਤੇ ਤੂੰ ਕੁੜੀਆਂ ਨੂੰ ਵੀ ਮਾਰ ਦੇਣਾ ਸਕੂਲੇ ਪਾ ਕੇ। ਤੇ ਮੈਂ ਇਹਨਾਂ ਨੂੰ ਕੁੜੀਆਂ ਨੂੰ ਕਿਹਾ ਵੀ ਜਦੋਂ ਤੁਸੀਂ ਬੇਟੀਆਂ ਪੜ੍ਹੋਗਾ ਤੇ ਤੁਹਾਨੂੰ ਮੈਂ ਲੈ ਕੇ ਜਾਣਾ, ਜਿੰਨੀ ਤਾਂ ਮੈਨੂੰ ਨਹੀਂ ਜੇ ਲੈ ਕੇ ਜਾਣਾ। ਪੁੱਤਰਾਂ ਨੂੰ ਵੱਧ ਇਹਨਾਂ ਨੇ ਕਰਕੇ ਵਿਖਾਤਾ ਜੀ, ਤੇ ਸਾਨੂੰ ਪਰਮੇਸ਼ਰ ਨੇ ਪੁੱਤਰ ਯਾਦ ਹੀ ਨਹੀਂ ਆਉਣ ਦਿੱਤੇ ਵੀ ਅੱਜ ਸਾਡੇ ਪੁੱਤਰ ਨਹੀਂ, ਇਹਨਾਂ ਨੇ ਪੁੱਤਰਾਂ ਵਾਲੀ ਕਮੀ ਰਹਿਣ ਹੀ ਨਹੀਂ ਦਿੱਤੀ। ਦੁਨੀਆ ਦੇ ਵਿੱਚ ਬਹੁਤ ਸਾਰੇ ਇਨਸਾਨ ਤੁਸੀਂ ਇਦਾਂ ਦੇ ਦੇਖੇ ਹੋਣਗੇ ਜਿਹੜੇ ਸਭ ਕੁਝ ਠੀਕ ਠਾਕ ਹੋਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਨੇ, ਅੱਕ ਜਾਂਦੇ ਨੇ, ਆਤਮ ਹੱਤਿਆ ਵੀ ਕਰ ਲੈਂਦੇ ਨੇ। ਇਦਾਂ ਦੇ ਕੇਸ ਵੀ ਦੁਨੀਆ ਦੇ ਵਿੱਚ ਸਾਹਮਣੇ ਆਏ ਨੇ। ਪਰ ਬਹੁਤ ਸਾਰੇ ਇਨਸਾਨ ਜਿਹੜੇ ਗੁਰੂ ਦੇ ਨਾਲ ਜੁੜੇ ਹੁੰਦੇ ਨੇ, ਜਿਹੜੇ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਹੰਢਾ ਕੇ ਤੇ ਕਮਾ ਕੇ ਚੱਲਦੇ ਨੇ, ਉਹ ਬੁਲੰਦੀਆਂ ਨੂੰ ਛੂਹ ਜਾਂਦੇ ਨੇ, ਉਹ ਮੁਸੀਬਤਾਂ ਦਾ ਸਾਹਮਣਾ ਵੀ ਕਰ ਲੈਂਦੇ ਨੇ। ਤੁਸੀਂ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਸੂਰਮੇ ਸਿੰਘਾਂ ਨੂੰ ਦੇਖਿਆ ਹੋਵੇਗਾ, ਕਿੰਨਾ ਸੋਹਣਾ ਗੁਰਬਾਣੀ ਦਾ ਕੀਰਤਨ ਕਰ ਲੈਂਦੇ ਨੇ। ਬਹੁਤ ਸਾਰੇ ਸੂਰਮੇ ਸਿੰਘ ਦਰਬਾਰ ਸਾਹਿਬ ਦੇ ਵਿੱਚ ਵੀ ਕੀਰਤਨ ਕਰਦੇ ਨੇ ਤੇ ਬਹੁਤ ਸਾਰੇ ਸੂਰਮੇ ਸਿੰਘ ਆਮ ਪਿੰਡਾਂ ਦੇ ਵਿੱਚ ਵੀ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਤੁਸੀਂ ਦੇਖੇ ਹੋਣਗੇ। ਦੋ ਭੈਣਾਂ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ, ਜਿਨ੍ਹਾਂ ਨੂੰ ਚਾਹੇ ਅੱਖਾਂ ਤੋਂ ਨਹੀਂ ਦਿਖਦਾ ਪਰ ਮਨ ਇੰਨੇ ਸਾਫ਼ ਨੇ, ਬੁਲੰਦੀਆਂ ਨੂੰ ਛੂਹ ਰਹੇ ਨੇ, ਇਹਨਾਂ ਦੇ ਪਾਏ ਹੋਏ ਪੂਰ ਨੇ ਤੇ ਹੌਸਲੇ ਜਿਹੜੇ ਉਹ ਸਦਾ ਬੁਲੰਦ ਨੇ। ਮਾਤਾ ਪਿਤਾ ਦੀਆਂ ਇਕਲੌਤੀਆਂ ਇਹ ਦੋ ਧੀਆਂ ਨੇ ਜਿਹੜੀਆਂ ਅੱਜ ਸਾਡੇ ਨਾਲ ਬੈਠੀਆਂ ਨੇ। ਵੱਡੀ ਭੈਣ ਹੈ ਭੈਣ ਗੁਰਵਿੰਦਰ ਕੌਰ, ਮੇਰੀ ਛੋਟੀ ਭੈਣ ਹੈ ਭੈਣ ਅਮਨਦੀਪ ਕੌਰ। ਦੋਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ। ਗੱਲ ਸਟਾਰਟਿੰਗ ਕਰਦੇ ਹਾਂ ਵੱਡੀ ਭੈਣ ਤੋਂ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕਿੰਨੀਆਂ ਕਲਾਸਾਂ ਪੜ੍ਹੇ ਹੋ? ਪਹਿਲਾਂ ਤੁਸੀਂ ਕੁਆਲੀਫਿਕੇਸ਼ਨ ਦੱਸੋ। ਮੇਰੀ ਜੀ BA B.Ed ਪਲੱਸ MA ਮਿਊਜ਼ਿਕ। ਜੀ ਮਿਊਜ਼ਿਕ ਦੀ MA ਕੀਤੀ ਜੀ 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 ਹਾਂਜੀ ਹਾਂਜੀ। ਤੇ ਹੁਣ ਫਿਰ ਜੌਬ ਗਵਰਨਮੈਂਟ ਐਲੀਮੈਂਟਰੀ ਸਕੂਲ ਪੱਟੀ ਨੰਬਰ 3 ਦੇ ਵਿੱਚ ਮੇਰੀ ਹੈਗੀ ਹੈ ਜੀ। ਗਵਰਨਮੈਂਟ ਜੌਬ ਕਰਦੇ? ਜੀ ਜੀ ਹਾਂਜੀ ਗਵਰਨਮੈਂਟ ਜੌਬ ਕਰਦੀ ਹਾਂ ਮੈਂ। ਤੇ ਗਵਰਨਮੈਂਟ ਜੌਬ ਕਰਦਿਆਂ ਹੋਇਆਂ ਤੇ ਨਾਲ ਹੀ ਸਟੱਡੀ ਕਰਦਿਆਂ ਹੋਇਆਂ ਤੁਸੀਂ ਸਟੱਡੀ ਕਿੱਥੋਂ ਕੀਤੀ ਸੀ? ਸਟੱਡੀ ਜੀ ਪਹਿਲਾਂ ਫਸਟ ਕਲਾਸ ਤੋਂ ਲੈ ਕੇ ਅਸੀਂ ਜਮਾਲਪੁਰ ਲੁਧਿਆਣਾ ਵਿਖੇ ਕੀਤੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਪਲੱਸ 2 ਵੀ ਲੁਧਿਆਣਾ ਤੋਂ ਕੀਤੀ ਔਰ BA ਵੀ ਗ੍ਰੈਜੂਏਸ਼ਨ ਵੀ ਮੈਂ ਲੁਧਿਆਣਾ ਤੋਂ ਰਾਮਗੜੀਆ ਗਰਲਸ ਕਾਲਜ ਤੋਂ ਕੀਤੀ ਹੈ। ਤੇ ਪਟਿਆਲਾ ਤੋਂ ਮੇਰੀ B.Ed ਹੈ ਪਟਿਆਲਾ ਯੂਨੀਵਰਸਿਟੀ ਤੋਂ, ਔਰ MA ਮੇਰੀ ਪੰਜਾਬ ਯੂਨੀਵਰਸਿਟੀ ਤੋਂ 4th ਸੈਮ ਦੇ ਮੇਰੇ ਜਿਹੜੇ ਨਾ ਐਗਜ਼ਾਮ ਹੁਣ ਹੋਣੇ ਆ। ਜੀ ਜੀ। ਹਜੇ MA ਕੰਪਲੀਟ ਨਹੀਂ ਹੈ, MA ਦੇ 4th ਸੈਮ ਦੇ ਮੇਰੇ ਹੋਣੇ ਆ ਹੁਣ ਐਗਜ਼ਾਮ। ਭੈਣ ਜੀ ਲੁਧਿਆਣੇ ਜਾਣਾ, ਪਟਿਆਲੇ ਜਾਣਾ, ਅੰਮ੍ਰਿਤਸਰ ਜਾਣਾ, ਤੇ ਇਸ ਹਾਲਤ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ? ਨਹੀਂ, ਦਿੱਕਤ ਆਂਦੀ ਵੀ ਰਹੀ ਹੈ ਥੋੜੀ ਬਾਤੀ, ਪਰ ਜ਼ਿਆਦਾ ਨਹੀਂ। ਪਰ ਰੱਬ ਨੂੰ ਨਾਲ ਲੈ ਕੇ, ਆਪਣੇ ਹੌਸਲੇ ਨੂੰ ਨਾਲ ਲੈ ਕੇ ਅਸੀਂ ਚੱਲਦੇ ਰਹੇ ਹਾਂ ਤੇ ਮੁਸੀਬਤਾਂ ਦਾ ਅਸੀਂ ਹਰ ਜਗ੍ਹਾ ਤੇ ਮੁਕਾਬਲਾ ਕੀਤਾ। ਤੇ ਮੈਂ ਇਹੀ ਚਾਹਾਂਗੀ ਆਪਣੇ ਫਰੈਂਡਸ ਤੋਂ ਵੀ ਤੇ ਵੀ ਹੋਰ ਫਰੈਂਡਸ ਨੂੰ ਵੀ ਮੇਰੀ ਇਹੀ ਰਿਕੁਐਸਟ ਹੈ ਕਿ ਹੌਸਲਾ ਕਦੀ ਨਹੀਂ ਆਪਾਂ ਨੂੰ ਛੱਡਣਾ ਚਾਹੀਦਾ। ਛੋਟੇ ਭੈਣ ਜੀ ਨੇ, ਵੱਡੇ ਭੈਣ ਜੀ ਨੇ ਕਿਹਾ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਵੱਡੇ ਭੈਣ ਜੀ ਤੋਂ ਸਿੱਖਦੇ ਹੋ ਤੁਸੀਂ ਹੌਸਲੇ? ਹਾਂਜੀ ਬਿਲਕੁਲ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਜੌਬ ਲਈ ਮੇਰੇ ਲਈ ਉਹ ਚੀਜ਼ ਇੰਸਪੀਰੇਸ਼ਨ ਵਾਲੀ ਹੈ
ਜਿਸ ਤਰ੍ਹਾਂ ਇਹਨਾਂ ਨੇ ਮਤਲਬ ਬੀਐਡ ਕੀਤੀ ਤਾਂ ਇਹ ਮੇਰੇ ਨਾਲ ਕਈ ਗੱਲਾਂ ਸ਼ੇਅਰ ਵੀ ਕਰਦੇ ਹੁੰਦੇ ਸੀ ਕਿ ਅਮਨ ਅੱਜ ਮੇਰੇ ਨਾਲ ਇਸ ਤਰ੍ਹਾਂ ਹੋਇਆ, ਅੱਜ ਇਸ ਤਰ੍ਹਾਂ ਹੋਇਆ। ਤਾਂ ਮੈਨੂੰ ਕਹਿੰਦੇ ਸੀ ਕਿ ਅਮਨ ਮੈਂ ਪਰ ਫਿਰ ਵੀ ਉਸ ਚੀਜ਼ ਨੂੰ ਮਤਲਬ ਮੈਂ ਦੇਖ ਲਾ ਮੈਂ ਇਦਾਂ ਹੱਲ ਕੱਢ ਲਿਆ। ਮਤਲਬ ਇਹਨਾਂ ਨੇ ਉੱਦਾਂ ਨਹੀਂ ਮੈਨੂੰ ਕਿਹਾ ਵੀ ਮੈਂ ਇਦਾਂ ਹੱਲ ਕੱਢ ਲਿਆ, ਪਰ ਮਤਲਬ ਇਹਨਾਂ ਨੇ ਇਦਾਂ ਮਤਲਬ ਜਿੱਦਾਂ ਮੈਂ ਦੇਖਣਾ ਕਿ ਹਾਂ ਯਾਰ ਇਹਨਾਂ ਨੇ ਆਹ ਚੀਜ਼ ਇਸ ਤਰ੍ਹਾਂ ਡੀਲ ਕਰ ਲਈ, ਆਹ ਚੀਜ਼ ਨੂੰ ਇੰਨੀ ਆਸਾਨੀ ਨਾਲ ਇਸ ਤਰ੍ਹਾਂ ਡੀਲ ਕਰ ਲਿਆ। ਤਾਂ ਮਤਲਬ ਉਸ ਚੀਜ਼ ਤੋਂ ਮੈਨੂੰ ਵੀ ਇੰਸਪੀਰੇਸ਼ਨ ਮਿਲਦਾ ਸੀਗਾ ਕਿ ਹਾਂ ਯਾਰ ਵਾਕਈ ਮਤਲਬ ਆਹ ਚੀਜ਼ ਹੈਗੀ ਹੈ। ਉਨੀ ਚੀਜ਼ ਸ਼ਾਇਦ ਮਤਲਬ ਉਨੀਆਂ ਮੁਸ਼ਕਲਾਂ ਦਾ ਸ਼ਾਇਦ ਇਹਨਾਂ ਨੇ ਥੋੜ੍ਹਾ ਜਿਹਾ ਮੇਰੇ ਨਾਲ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕੀਤਾ, ਕਿਉਂਕਿ ਜਦੋਂ ਇਹਨਾਂ ਨੇ +2 ਕੀਤੀ ਉਹ ਇਹਨਾਂ ਦਾ ਸਕੂਲ ਵੀ ਖਾਸ ਕੋਈ ਜ਼ਿਆਦਾ ਵਧੀਆ ਨਹੀਂ ਸੀ। 10th ਤੱਕ ਤਾਂ ਅਸੀਂ ਦੋਨੇ ਹੀ ਸਿਸਟਰ ਜਿੱਦਾਂ ਅਸੀਂ 10th ਕੀਤੀ ਹੈ ਜਮਾਲਪੁਰ ਲੁਧਿਆਣੇ ਵਿਖੇ। ਉਹ ਸਕੂਲ ਤਾਂ ਮਤਲਬ ਹੈ ਹੀ ਮਤਲਬ ਜਿੱਦਾਂ ਹੋਸਟਲ ਵਗੈਰਾ ਦਾ ਰਹਿਣ ਦਾ ਬਹੁਤ ਪੂਅਰ ਜਿੱਦਾਂ ਸੀਗੀ ਉਹ ਇੰਸੀਡੈਂਸ ਜਿਹੜਾ ਉਹ ਸੀਗਾ ਉਹ ਅਸੀਂ ਲੰਮੇ ਬਹੁਤ ਪੂਅਰ ਬਤਾਏ। ਤੇ ਪਰ ਜਿਹੜੇ ਦੂਸਰੇ ਮਤਲਬ +1 +2 ਸੀਗਾ ਉਦੋਂ ਮੇਰਾ ਸਕੂਲ ਚੰਡੀਗੜ੍ਹ ਸੀ, ਉਹ ਕਾਫੀ ਅੱਛਾ ਸੀਗਾ ਮਤਲਬ ਕਿਉਂਕਿ ਡੋਨੇਸ਼ਨ ਵਗੈਰਾ ਉੱਥੇ ਚੱਲਦੀ ਸੀਗੀ, ਉਹਦਾ ਰਹਿਣ ਸਹਿਣ ਵੀ ਉੱਥੇ ਹੋਸਟਲ ਵਗੈਰਾ ਦਾ ਕਾਫੀ ਅੱਛਾ ਸੀ। ਪਰ ਇਹਨਾਂ ਨੂੰ ਉਦੋਂ ਵੀ ਮਤਲਬ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਬਹੁਤ। ਮਤਲਬ ਉਹ ਸਕੂਲ ਮੈਂ ਦੇਖਿਆ ਜਿੱਥੇ ਇਹਨਾਂ ਨੇ +2 +1 ਵੀ ਕੀਤੀ, ਉਹਦਾ ਹੋਸਟਲ ਵਗੈਰਾ ਕੋਈ ਖਾਸ ਜ਼ਿਆਦਾ ਵਧੀਆ ਨਹੀਂ ਸੀਗਾ, ਪਰ ਫਿਰ ਵੀ ਇਹ ਉੱਥੇ ਰਹੇ। ਮਤਲਬ ਗਰਮੀ 'ਚ ਜਿੱਦਾਂ ਅਸੀਂ ਦੇਖਦੇ ਰਹੇ, ਕਈ ਵਾਰ ਅਸੀਂ ਜਾਣਾ ਮਿਲਣ, ਮੈਂ ਤੇ ਪਾਪਾ ਕਈ ਵਾਰ ਗਏ ਆ, ਅਸੀਂ ਜਾਣਾ ਦੋਨਾਂ ਨੇ ਮਿਲਣ, ਤਾਂ ਇਹਨਾਂ ਨੇ ਗਰਮੀ 'ਚ ਇੱਦਾਂ ਮਤਲਬ ਪਸੀਨੇ ਮੁੜਕੋ ਹੋਏ ਹੋਣਾ। ਅਤੇ ਉੱਥੇ ਪੱਖੇ ਵਗੈਰਾ ਕੂਲਰ ਵਗੈਰਾ ਦਾ ਕੋਈ ਸਿਸਟਮ ਨਹੀਂ ਸੀ, ਇਕੱਲੇ ਬਸ ਪੱਖੇ ਹੀ ਲੱਗੇ ਹੁੰਦੇ ਸੀਗੇ। ਅਤੇ ਮਤਲਬ ਇਹਨਾਂ ਨੇ ਉਦੋਂ ਵੀ ਥੋੜ੍ਹੀ ਮੁਸ਼ਕਿਲ ਲਾਈਫ ਬਿਤਾਈ, ਅਤੇ ਮੈਨੂੰ ਇਸ ਚੀਜ਼ ਤੋਂ ਵੀ ਇੰਸਪੀਰੇਸ਼ਨ ਮਿਲਦੀ ਹੈ ਕਿ ਹਾਂ ਬਾਕੀ ਮਤਲਬ ਇਹਨਾਂ ਨੇ ਮਤਲਬ ਕਿੰਨਾ ਸਟਰਗਲ ਆਪਣੀ ਲਾਈਫ 'ਚ ਕੀਤਾ। ਫਿਰ ਜਦੋਂ ਇਹਨਾਂ ਨੇ ਬੀਐਡ ਕੀਤੀ ਹੈ ਉਦੋਂ ਵੀ ਇਹਨਾਂ ਨੂੰ ਮਤਲਬ ਜਿੱਦਾਂ ਮਤਲਬ ਆਪਣੇ ਬਣਵਾਉਣ ਲਈ ਮੈਪਸ ਵਗੈਰਾ ਕੁਝ ਵੀ ਫਾਈਲਾਂ ਵਗੈਰਾ ਬਣਵਾਉਣ ਲਈ, ਕਿਉਂਕਿ ਟੀਚਰ ਇੰਨੀ ਸਿੰਪਥੀ ਸਾਨੂੰ ਕਦੀ ਨਹੀਂ ਦਿੰਦੇ ਰਹੇ ਕਿ ਮਤਲਬ ਅਸੀਂ ਪੇਪਰ ਨਾ ਦਈਏ ਜਾਂ ਅਸੀਂ ਫਾਈਲਾਂ ਨਾ ਬਣਵਾ ਕੇ ਦਈਏ, ਕਿਉਂਕਿ ਇਹ ਕਹਿੰਦੇ ਸੀ ਕਿ ਤੁਸੀਂ ਡਿਗਰੀ ਲੈਣੀ ਤੁਹਾਨੂੰ ਕੰਮ ਕਰਨਾ ਹੀ ਪੈਣਾ। ਔਰ ਬਹੁਤ ਵਧੀਆ ਵੀ ਹੈ ਇਹ ਗੱਲ ਕਿ ਮਤਲਬ ਹਰ ਜਗ੍ਹਾ 'ਤੇ ਸਾਨੂੰ ਸਿੰਪਥੀ ਮਿਲਦੀ ਰਹੇ, ਉਹ ਵੀ ਸਾਡਾ ਨੁਕਸਾਨ ਹੀ ਕਰਦੀ ਹੈ ਨਾ। ਅਤੇ ਇਸ ਕਰਕੇ ਮਤਲਬ ਉਹ ਚੀਜ਼ ਵੀ ਮੇਰੇ ਲਈ ਕਾਫੀ ਇੰਸਪੀਰੇਸ਼ਨ ਸੀਗੀ। ਸਾਰੀ ਲਾਈਫ ਹੀ ਇਹਨਾਂ ਲਈ ਮੇਰੀ ਤਾਂ ਇੰਸਪੀਰੇਸ਼ਨ ਹੀ ਆ, ਮਾਤਾ ਪਿਤਾ ਦੀ ਜਾਂ ਇਹਨਾਂ ਦੀ ਸਾਰਿਆਂ ਦੀ ਵੀ। ਭੈਣ ਜੀ, ਜਦੋਂ ਤੁਸੀਂ ਤੁਰੇ ਫਸਟ ਟਾਈਮ, ਜਿਵੇਂ ਪੱਟੀ ਸ਼ਹਿਰ ਦੇ ਵਿੱਚ ਰਹਿੰਦੇ ਹੋ, ਘਰ ਵੀ ਜਿਹੜਾ ਹੈਗਾ ਇੱਕ ਤੰਗ ਗਲੀ ਦੇ ਵਿੱਚ ਹੈ, ਆਲੇ ਦੁਆਲੇ ਬਾਜ਼ਾਰ ਹੈਗਾ, ਤੁਸੀਂ ਇੱਥੋਂ ਆਪ ਚੱਲ ਕੇ ਜਾਂਦੇ ਸੀ ਜਾਂ ਮਾਤਾ ਪਿਤਾ ਛੱਡ ਕੇ ਆਉਂਦੇ ਸੀ ਇੰਨੀ ਦੂਰ? ਨਹੀਂ, ਮੈਂ ਬਚਪਨ ਦੇ ਵਿੱਚ ਨਾ ਪਹਿਲਾਂ ਅਸੀਂ ਦੂਸਰੇ ਮੁਹੱਲੇ ਦੇ ਵਿੱਚ ਰਹਿੰਦੇ ਸੀਗੇ, 4 ਨੰਬਰ ਵਾਰਡ ਦੇ ਵਿੱਚ, ਅਤੇ ਉਦੋਂ ਇਸ ਨਾਲ ਵੀ ਭੀੜੀ ਗਲੀ ਸੀ। ਮੇਰੀ ਮੰਮਾ ਦੀ ਬਹੁਤ ਹੌਸਲਾ ਹੈ, ਮੈਂ ਮੰਮਾ ਦਾ ਦੇਣ ਨਹੀਂ ਦੇ ਸਕਦੀ, ਬਹੁਤ ਜ਼ਿਆਦਾ ਉਹਨਾਂ ਦਾ ਹੌਸਲਾ ਹੈ। ਵੀ ਉਹਨਾਂ ਨੇ ਮੈਨੂੰ ਕਹਿਣਾ ਬੇਬੀ ਤੂੰ ਦੁੱਧ ਲੈ ਕੇ ਆ, ਅਤੇ ਕਿਤੇ ਨਾ ਕਿਤੇ ਕਈ ਵਾਰੀ ਆਪ ਵੀ ਪਿੱਛੇ ਆ ਜਾਣਾ। ਮੈਨੂੰ ਲੱਗ ਜਾਂਦਾ ਸੀ ਪਤਾ ਵੀ ਮੇਰੇ ਮੰਮੀ ਮੇਰੇ ਪਿੱਛੇ ਆ ਰਹੇ ਆ, ਕਿਤੇ ਨਾ ਕਿਤੇ ਵੀ ਆ ਜਾਣਾ, ਇਹਨਾਂ ਨੇ ਦੇਖਣ ਵੀ ਸਹੀ ਜਾ ਰਹੀ ਆ, ਵੀ ਕੋਈ ਮੁਸ਼ਕਿਲ ਤਾਂ ਨਹੀਂ ਆ ਰਹੀ, ਪਰ ਮੈਂ ਆ ਜਾਣਾ ਦੁੱਧ ਲੈ ਕੇ, ਸ਼ਾਮ ਨੂੰ 7 ਵਜੇ ਵੀ ਆ ਜਾਣਾ। ਮੈਨੂੰ ਮੰਮੀ ਤੋਂ ਬਹੁਤ ਸਿੱਖਣ ਨੂੰ ਮਿਲਿਆ ਕਿ ਮੰਮੀ ਨੇ ਮੇਰੇ ਕਈ ਪੇਰੈਂਟਸ ਹੁੰਦੇ ਨੇ ਵੀ ਆਪਣੇ ਬੱਚੇ ਦਾ ਸਾਥ ਨਹੀਂ ਦਿੰਦੇ, ਮੰਮੀ ਨੇ ਮੈਨੂੰ ਬਲਾਈਂਡ ਨਹੀਂ ਸਮਝਿਆ ਵੀ ਇਹਨੂੰ ਦਿਖਦਾ ਨਹੀਂ, ਇਹ ਚੀਜ਼ ਨਹੀਂ। ਮੈਨੂੰ ਬਹੁਤ ਉਹਨਾਂ ਨੇ ਮੋਟੀਵੇਟ ਕੀਤਾ, ਡੀਮੋਟੀਵੇਟ ਨਹੀਂ ਕੀਤਾ ਮੇਰੇ ਪੇਰੈਂਟਸ ਨੇ ਕਿ ਨਹੀਂ ਤੁਸੀਂ ਆਹ ਕੰਮ ਨਹੀਂ ਕਰ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ। ਮੰਮਾ ਨੇ ਇਹੀ, ਜੇ ਕਿਸੇ ਨੇ ਕਹਿ ਵੀ ਦੇਣਾ ਨਾ ਤੇ ਮੰਮਾ ਨੇ ਕਹਿਣਾ ਨਹੀਂ ਮੇਰੀਆਂ ਕੁੜੀਆਂ ਨੂੰ ਦਿਖਦਾ, ਕਿਉਂ ਨਹੀਂ ਇਹ ਕੰਮ ਕਰ ਸਕਦੀਆਂ। ਅੱਜ ਵੀ ਮੇਰੇ ਮੰਮਾ ਦੀ ਇਹੀ ਗੱਲ ਹੈ ਕਿ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਹਾਂ ਮੇਰੀਆਂ ਕੁੜੀਆਂ ਸਭ ਕੁਝ ਕਰ ਸਕਦੀਆਂ ਆ। ਜੀ ਜੀ, ਹਾਂਜੀ। ਤੇ ਭੈਣ ਜੀ ਹੁਣਾਂ ਨੂੰ ਮਾਤਾ ਪਿਤਾ ਤੋਂ ਹੌਸਲਾ ਮਿਲਦਾ ਰਿਹਾ, ਤੁਸੀਂ ਵੀ ਇਸੇ ਤਰ੍ਹਾਂ ਪੜ੍ਹਨ ਲਈ ਜਾਂਦੇ ਰਹੇ ਜਿਵੇਂ ਵੱਡੇ ਭੈਣ ਜਾਂਦੇ ਰਹੇ ਨੇ? ਨਹੀਂ, ਮੈਨੂੰ ਐਕਚੁਅਲੀ ਮੈਂ ਆਪਣੀ ਮਾਸੀ ਜੀ ਕੋਲ ਛੋਟੀ ਹੁੰਦੀ ਚਲੀ ਗਈ ਸੀਗੀ ਨਾਨਕੇ, ਅਤੇ ਉਹਨਾਂ ਨੇ ਮੇਰਾ ਪਾਲਣ ਪੋਸ਼ਣ ਕੀਤਾ। ਬਾਅਦ 'ਚੋਂ ਇਹਨਾਂ ਨੇ ਮੈਨੂੰ ਇੰਸਟੀਟਿਊਟ ਫਾਰ ਦੀ ਬਲਾਈਂਡ ਜਿੱਦਾਂ ਜਮਾਲਪੁਰ ਮੈਂ ਤੁਹਾਨੂੰ ਦੱਸਿਆ, ਇਹਨਾਂ ਨੇ ਉੱਥੇ ਮੈਨੂੰ ਛੱਡ ਦਿੱਤਾ ਸੀ ਆਪਣੀ ਵੱਡੀ ਸਿਸਟਰ ਕੋਲ ਹੀ। ਫਿਰ ਇਹ ਮੇਰਾ ਮਤਲਬ ਸਾਂਭ ਸੰਭਾਲ ਕਰਦੇ ਰਹੇ। ਅਤੇ ਵੈਸੇ ਇੱਕ ਗੱਲ ਹੈਗੀ ਹੈ ਕਿ ਮਤਲਬ ਜਿੱਦਾਂ ਇਹ ਕਹਿ ਰਹੇ ਨੇ ਸਿਸਟਰ, ਉਹ ਬਿਲਕੁਲ ਸਹੀ ਹੈ, ਕਿਉਂਕਿ ਕਈ ਵਾਰ ਅਸੀਂ ਵੀ ਕਹਿੰਦੇ ਹਾਂ ਮੰਮਾ ਜਿੱਦਾਂ ਸਾਨੂੰ 100% ਪ੍ਰੋਬਲਮ ਹੈ ਬਲਾਈਂਡਨੈਸ ਦੀ, ਤਾਂ ਤੁਸੀਂ ਦੱਸਿਆ ਕਰੋ ਕਿ ਸਾਨੂੰ ਇੰਨੀ ਪ੍ਰੋਬਲਮ ਹੈ। ਕੱਲ੍ਹ ਨੂੰ ਕੋਈ ਕਵੇ ਵੀ ਨਹੀਂ ਹੈ ਨਾ ਵੀ ਤੁਸੀਂ ਝੂਠ ਬੋਲਿਆ ਜਾਂ ਕੁਛ, ਕੋਈ ਇਸ ਗੱਲ ਨੂੰ ਲੈ ਜਾਂਦੇ ਆ। ਪਰ ਨਹੀਂ, ਮੇਰੇ ਮੰਮਾ ਉਹਨਾਂ ਨੇ ਇਹੀ ਕਿਹਾ, ਕਹਿੰਦੇ ਕਿ ਤੁਸੀਂ ਸਾਰਾ ਕੰਮ ਤਾਂ ਕਰਦੀਆਂ ਹੋ, ਤੁਸੀਂ ਕਿਹੜਾ ਕਿਸੇ 'ਤੇ ਬੋਝ ਹੋ, ਤੁਹਾਨੂੰ ਕਿਸੇ ਦੀ ਹੈਲਪ ਦੀ ਮਤਲਬ ਲੋੜ ਹੀ ਨਹੀਂ ਪੈਂਦੀ, ਸਾਰਾ ਕੰਮ ਤੁਸੀਂ ਕਰ ਲੈਂਦੇ ਹੋ। ਤਾਂ ਮਤਲਬ ਉਹ ਚੀਜ਼ ਬਿਲਕੁਲ ਪੇਰੈਂਟਸ ਨੇ ਇਸ ਤਰ੍ਹਾਂ ਜ਼ਰੂਰ ਮਤਲਬ ਘਰ 'ਚ ਕੰਮ ਕਰਨਾ ਜਾਂ ਸਭ ਕੁਝ ਹਰ ਚੀਜ਼ ਨੂੰ ਡੀਲ ਕਰਨਾ ਪੇਰੈਂਟਸ ਨੇ ਸਿਖਾਇਆ। ਫਿਰ ਘਰ 'ਚ ਹੋਰ ਵੀ ਸਮਾਜਿਕ ਤੌਰ 'ਤੇ ਜਿਹੜੀ ਵੀ ਕੋਈ ਗੱਲਬਾਤ ਹੋ ਜਾਂਦੀ ਹੈ, ਪੇਰੈਂਟਸ ਨੇ ਇਹ ਨਹੀਂ ਕਿਹਾ ਵੀ ਇਹ ਤਾਂ ਬਲਾਈਂਡ ਨੇ ਤਾਂ ਇਹ ਗੱਲ 'ਚ ਬੋਲਣ ਹੀ ਨਾ, ਜਾਂ ਇਹਨਾਂ ਨੂੰ ਕੁਛ ਗੱਲ ਦਾ ਮਾਮਲੇ ਜਿੱਦਾਂ ਕੁਛ ਵੀ ਘਰ 'ਚ ਹੋ ਜਾਂਦਾ ਤਾਂ ਇਹਨਾਂ ਨੂੰ ਪਤਾ ਨਾ ਲੱਗੇ ਕੋਈ ਵੀ ਚੰਗੀ ਮਾੜੀ ਹੈ। ਪੇਰੈਂਟਸ ਨੇ ਹਰ ਚੀਜ਼ ਨੂੰ ਸਾਨੂੰ ਮਤਲਬ ਦਰਸਾਇਆ, ਹਰ ਚੀਜ਼ ਨੂੰ ਦੱਸਿਆ ਵੀ ਇਹ ਨਹੀਂ ਵੀ ਇਹ ਬਲਾਈਂਡ ਨੇ ਤਾਂ ਇੱਕ ਪਾਸੇ ਹੀ ਸਾਈਡ 'ਤੇ ਹੀ ਬੈਠੀਆਂ ਰਹਿਣ ਬੈੱਡ 'ਤੇ ਜਾਂ ਕੁਛ ਹੈ, ਨਹੀਂ ਉਹ ਚੀਜ਼ ਨਹੀਂ ਹੈਗੀ ਬਿਲਕੁਲ ਵੀ। ਭੈਣ ਜੀ, ਜਦੋਂ ਆਪਾਂ ਪੜ੍ਹਾਈ ਦੀ ਗੱਲ ਕਰਦੇ ਹਾਂ, ਤੁਸੀਂ ਹੋਸਟਲ ਦੇ ਵਿੱਚ ਰਹੇ ਹੋ, ਕਦੇ ਕੋਈ ਮੁਸ਼ਕਿਲ ਬਣੀ ਹੋਵੇ ਪੜ੍ਹਾਈ ਨੂੰ ਲੈ ਕੇ, ਕਿਉਂਕਿ ਤੁਹਾਨੂੰ ਵੀ ਕਿਸੇ ਤੋਂ ਸਿੱਖਣਾ ਪੈਂਦਾ ਹੈ? ਹਾਂਜੀ, ਪੜ੍ਹਾਈ ਨੂੰ ਲੈ ਕੇ ਤਾਂ ਇੱਦਾਂ ਸੀਗਾ ਕਿ ਸਾਡੇ ਜਿਹੜੇ ਨਾ ਸਕੂਲ 'ਚ ਹੈ, ਉਹ ਜਿੱਥੇ ਅਸੀਂ 10th ਕੀਤੀ ਉੱਥੇ ਟੀਚਰ ਬਹੁਤ ਘੱਟ ਸੀਗੇ। ਅਤੇ ਟੀਚਰ ਜਿੱਦਾਂ ਮਿਊਜ਼ਿਕ ਵਾਲਾ ਟੀਚਰ ਕਈ ਵਾਰ ਪੰਜਾਬੀ ਵੀ ਪੜ੍ਹਾਉਣ ਲੱਗ ਜਾਂਦਾ ਸੀ, ਕਈ ਵਾਰ ਉਹਨੂੰ ਮਤਲਬ ਹਿੰਦੀ ਵੀ ਦੇ ਦਿੰਦੇ ਸੀਗੇ। ਹੁਣ ਦੇਖੋ ਮੈਂ ਮਿਊਜ਼ਿਕ ਦੀ MA ਕੀਤੀ ਆ, ਮੈਨੂੰ ਤਾਂ ਜ਼ਿਆਦਾ ਮਿਊਜ਼ਿਕ ਬਾਰੇ ਪਤਾ ਹੋਏਗਾ ਨਾ,
ਹੋਰ ਚੀਜ਼ ਦੇ ਬਾਰੇ ਨਹੀਂ ਪਤਾ। ਇਸ ਚੀਜ਼ ਦੀ ਬਹੁਤ ਮੁਸ਼ਕਿਲ ਆਉਂਦੀ ਸੀ ਕਿ ਜਿੱਦਾਂ ਟੀਚਰ ਘੱਟ ਸੀਗੇ, ਫਿਰ ਐਡਜਸਟਮੈਂਟ ਕਰਨੀ ਪੈਂਦੀ ਸੀ ਧੱਕੇ ਨਾਲ ਵੀ ਹਾਂ ਇਹ ਟੀਚਰ ਨੂੰ ਆਹ ਸਬਜੈਕਟ ਦੇ ਦਿਓ। ਹੁਣ ਸਾਡੇ ਇੱਕ ਮੈਡਮ ਪ੍ਰੇਮ ਮੈਡਮ ਨੇ, ਮੈਨੂੰ ਯਾਦ ਹੈ ਹੁਣ ਵੀ, ਉਹ ਹਿੰਦੀ ਟੀਚਰ ਸੀਗੇ ਔਰ 8th ਤੱਕ ਕੋਈ ਹਿੰਦੀ ਪੜ੍ਹਾਉਂਦੇ ਸੀ, ਪਰ ਉਹਨਾਂ ਨੂੰ ਕਈ ਵਾਰ ਐਡਜਸਟਮੈਂਟ ਦੇ ਤੌਰ ਤੇ ਪੰਜਾਬੀ ਵੀ ਦਿੱਤੀ ਗਈ। ਇਸ ਚੀਜ਼ ਦਾ ਸਾਨੂੰ ਬਹੁਤ ਬੁਰਾ ਲੱਗਦਾ ਸੀ ਕਿ ਯਾਰ ਸਾਡਾ ਕਿੰਨਾ ਨੁਕਸਾਨ ਹੈ ਲਾਈਫ ਦਾ, ਕਿ ਮਤਲਬ ਜਿਹੜਾ ਬੰਦਾ ਹਿੰਦੀ ਸਹੀ ਪੜ੍ਹਾ ਸਕਦਾ ਉਹਨੂੰ ਪੰਜਾਬੀ ਦਾ ਕੀ ਪਤਾ, ਹੈ ਨਾ। ਜਿਹੜੇ ਆਪ ਮੰਨਦਾ ਕਿ ਹਾਂ ਮੈਨੂੰ ਹਿੰਦੀ, ਪਰ ਇਦਾਂ ਟੀਚਰਾਂ ਦੀ ਕਮੀ ਉੱਥੇ ਸ਼ੁਰੂ ਤੋਂ ਹੀ ਸਾਨੂੰ ਇਹ ਮੁਸ਼ਕਿਲ ਆਉਂਦੀ ਸੀ ਕਿ ਟੀਚਰਾਂ ਦੀ ਬਹੁਤ ਕਮੀ ਸੀਗੀ। ਬਾਕੀ ਬਰੇਲ ਸਿਖਾਉਣ 'ਚ ਟੀਚਰਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਟੀਚਰਾਂ ਦੀ ਕਮੀ ਕਰਕੇ ਹੋ ਸਕਦਾ ਸਾਡਾ ਇੰਗਲਿਸ਼ ਵਗੈਰਾ 'ਚ ਜ਼ਿਆਦਾ ਬੇਸ ਨਹੀਂ ਬਣ ਪਾਇਆ ਕਿਉਂਕਿ ਟੀਚਰਾਂ ਦੀ ਕਮੀ ਸੀ। ਤੇ ਭੈਣ ਜੀ ਕਿਵੇਂ ਸਿੱਖਦੇ ਤੁਸੀਂ? ਜਿਵੇਂ ਤੁਸੀਂ ਗੁਰਬਾਣੀ ਵੀ ਪੜ੍ਹ ਲੈਂਦੇ ਹੋ, ਪਾਠ ਵੀ ਕਰ ਲੈਂਦੇ ਹੋ, ਵੀਡੀਓ ਵੀ ਵਾਇਰਲ ਹੋਈਆਂ ਨੇ ਹਨਾ ਤੁਹਾਡੀਆਂ, ਤੇ ਬਾਣੀ ਪੜ੍ਹਦਿਆਂ ਹੋਇਆਂ ਇਹ ਕਿਵੇਂ ਮੰਨ ਲਓ ਅੰਦਰ ਤੋਂ ਹੁੰਦਾ ਹੈ, ਮੰਨ ਲਓ ਕਿਵੇਂ ਸਿੱਖਦੇ ਹੋ ਤੁਸੀਂ? ਵੀਰ ਜੀ ਬ੍ਰੇਲ ਲਿਪੀ ਅਸੀਂ ਸ਼ੁਰੂ ਤੋਂ ਹੀ ਸਿੱਖੀ ਹੈ ਜੀ। ਸ਼ੁਰੂ ਤੋਂ ਹੀ ਸਾਡਾ ਮਤਲਬ ਬੇਸ ਹੀ ਬ੍ਰੇਲ ਲਿਪੀ ਹੈ, ਆਧਾਰ ਹੀ ਸਾਡਾ ਬ੍ਰੇਲ ਲਿਪੀ ਹੈ। ਅਤੇ ਮੇਰੀ ਮੰਮੀ ਉਹਨਾਂ ਨੂੰ ਸ਼ੌਂਕ ਹੀ ਬਹੁਤ ਹੈ ਕਿ ਮਤਲਬ ਮੇਰੇ ਮਦਰ ਫਾਦਰ ਨੂੰ ਸ਼ੌਂਕ ਹੀ ਬਹੁਤ ਹੈ ਕਿ ਅਸੀਂ ਕੀਰਤਨ ਵਾਲੀ ਸਾਈਡ ਹੀ ਲਾਈਨ ਜਾਈਏ। ਜਿੱਥੇ ਵੀ ਜਾਈਏ ਅਸੀਂ ਕੀਰਤਨ ਨੂੰ ਹੀ ਲਾਈਨ, ਹਾਂਜੀ ਮਿਹਨਤ ਕਰਾਉਂਦੇ ਆ ਵੀ। ਹੁਣ ਉਸਤਾਦ ਸਾਡੇ ਹੈਗੇ ਨੇ ਪੰਡਿਤ ਅਸ਼ੋਕ ਅਸਾਨੀ, ਉਹਨਾਂ ਤੋਂ ਵੀ ਅਸੀਂ ਸਿੱਖਣ ਜਾਂਦੇ ਹਾਂ ਅੰਮ੍ਰਿਤਸਰ ਦੇ। ਨਹੀਂ, ਉਹ ਮਿਊਜ਼ਿਕ ਸਾਨੂੰ ਉੱਦਾਂ ਹੀ ਸਿਖਾਉਂਦੇ, ਅਸੀਂ ਰਿਕਾਰਡਿੰਗ ਕਰ ਲਈਦੀਆਂ ਉਹਨਾਂ ਦੀਆਂ ਸਾਰੀਆਂ ਤਰਜ਼ਾਂ ਵਗੈਰਾ, ਜੋ ਵੀ ਕੰਪੋਜੀਸ਼ਨਸ ਹੁੰਦੀਆਂ ਨੇ ਅਸੀਂ ਉਹਦੋਂ ਰਿਕਾਰਡਿੰਗ ਕਰਕੇ ਲੈ ਆਉਂਦੇ ਹਾਂ, ਫਿਰ ਵੀ ਕਰ ਲਈਦੀਆਂ ਆ ਇੱਥੇ ਹਾਰਮੋਨੀਅਮ 'ਤੇ ਪਲੇ ਕਰ ਲਈਦੀਆਂ। ਹਾਰਮੋਨੀਅਮ 'ਤੇ ਪਲੇ ਕਰ ਲੈਂਦੇ ਆ। ਜਿਵੇਂ ਤੁਹਾਡੇ ਕੋਲ ਇਹ ਬ੍ਰੇਲ ਭਾਸ਼ਾ ਦੀ ਜਿਹੜੀ ਹੈਗੀ ਆ, ਉਹ ਇਹ ਗ੍ਰੰਥ ਹੈਗਾ ਤੁਹਾਡੇ ਕੋਲੇ, ਪੋਥੀ ਹੈਗੀ ਆ ਹਨਾ, ਤੇ ਕੋਸ਼ਿਸ਼ ਕਰੋ ਸਾਨੂੰ ਜ਼ਰੂਰ ਪੜ੍ਹ ਕੇ ਸੁਣਾਓ ਤੁਸੀਂ ਹਨਾ। ਜਿਵੇਂ ਤੁਹਾਡੀ ਵੀਡੀਓ ਵਾਇਰਲ ਹੋਈ ਸੀਗੀ, ਇਹ ਪਹਿਲਾਂ ਸਾਨੂੰ ਦੱਸੋ ਵੀ ਇਹ ਜਿਹੜੀ ਪੋਥੀ ਹੈ ਜਪਜੀ ਸਾਹਿਬ ਦੀ ਪੋਥੀ ਹੈ ਜੀ? ਹਾਂਜੀ, ਇਹ ਜਪਜੀ ਸਾਹਿਬ ਆ ਉੱਤੇ ਲਿਖਿਆ ਹੋਇਆ ਬ੍ਰੇਲ ਵਿੱਚ ਜਪਜੀ ਸਾਹਿਬ। ਹਾਂਜੀ, ਕਰੋ ਕੋਸ਼ਿਸ਼ ਜੀ ਤੁਹਾਨੂੰ ਜ਼ਰੂਰ। ਬਿਲਕੁਲ ਜ਼ਰੂਰ। ਇਹ ਜਪਜੀ ਸਾਹਿਬ ਦਾ ਜਿੱਦਾਂ ਇੱਥੋਂ ਸ਼ੁਰੂ ਹੁੰਦਾ ਹੈ ਪਾਠ, ਪਹਿਲਾਂ ਉਸ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਪੜ੍ਹਨਾ ਹੈ। ਇਸ ਵਿੱਚ ਵੀ ਮਤਲਬ ਇਹ ਵੀ ਲਿਖਿਆ ਹੁੰਦਾ ਹੈ ਜਿੱਦਾਂ ਵੀ ਇਹ ਪਹਿਲੇ ਪਾਤਸ਼ਾਹ ਦੀ ਗੁਰਬਾਣੀ ਹੈ ਤਾਂ ਇਹਨੂੰ ਕਿੱਦਾਂ ਪੜ੍ਹਨਾ ਹੈ, ਅੰਮ੍ਰਿਤ ਵੇਲੇ ਜ਼ਿਆਦਾ ਇਹਦਾ ਮਹੱਤਵ ਹੈ ਪੜ੍ਹਨ ਦਾ, ਉਸ ਚੀਜ਼ ਨੂੰ ਸਾਰਾ ਇਸ ਚੀਜ਼ ਬ੍ਰੇਲ ਲਿਪੀ 'ਚ ਵੀ ਲਿਖਿਆ ਹੋਇਆ। ਤੇ ਫਿਰ ਇੱਥੋਂ ਗੁਰਬਾਣੀ ਇੱਥੋਂ ਸ਼ੁਰੂ ਹੁੰਦੀ ਹੈ। ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੇ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਤੇ ਲਾਹੇ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਜ ਸਿਆਣ ਭਲਾ ਖੋਹਿ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਭੈਣ ਜੀ ਬਹੁਤ ਵੱਡੀ ਮਿਹਨਤ ਹੈ, ਤੇ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਜਿਵੇਂ ਆਮ ਹੁਣ ਅਸੀਂ ਪੜ੍ਹਨਾ ਹੋਵੇ, ਅੱਖਰ ਸਾਹਮਣੇ ਲਿਖੇ ਨੇ ਤੇ ਅਸੀਂ ਯਾਦ ਕਰ ਲਿਆ, ਪੜ੍ਹਿਆ, ਪੋਥੀ ਚੱਕੀ, ਗੁਰਬਾਣੀ ਨੂੰ ਪੜ੍ਹ ਲਿਆ, ਕੋਈ ਬੁੱਕ ਪੜ੍ਹਨੀ ਹੈ ਉਹ ਪੜ੍ਹ ਲਈ, ਉਸ ਚੀਜ਼ ਦੇ ਨਾਲੋਂ ਜ਼ਿਆਦਾ ਮਿਹਨਤ ਨਹੀਂ ਲੱਗਦੀ ਇਹਦੇ ਉੱਪਰ? ਹਾਂਜੀ, ਮਤਲਬ ਪਹਿਲਾਂ ਤਾਂ ਜਦੋਂ ਸਿੱਖਣੀ ਪੈਂਦੀ ਹੈ ਇਹ ਲਿਪੀ ਉਦੋਂ ਤਾਂ ਮਿਹਨਤ ਲੱਗਦੀ ਹੈ, ਕਿਉਂਕਿ ਜਿੱਦਾਂ ਮੇਰੇ ਹਿਸਾਬ ਨਾਲ ਜਿਹੜਾ ਜਿਸ ਬੰਦੇ ਨੂੰ ਅੱਖਾਂ ਹੈਗੀਆਂ ਨੇ, ਦਿਸਦਾ ਨਜ਼ਰ ਹੈਗੀ, ਉਸ ਬੰਦੇ ਨੂੰ ਸ਼ੇਪ ਰਟਾ ਦਿੱਤੀ ਜਾਂਦੀ ਵੀ ਇੱਦਾਂ ਪੈਣਾ ਇਹ ਹੈ ਨਾ, ਇੱਦਾਂ ਮਤਲਬ ਉਹ ਚੀਜ਼ ਸ਼ੇਪ ਰਟਾ ਦਿੱਤੀ ਜਾਂਦੀ ਹੈ, ਅਤੇ ਉਹ ਮੇਰਾ ਦੇਖ ਕੇ ਬੰਦੇ ਨੂੰ ਜ਼ਿਆਦਾ ਜਲਦੀ ਮਤਲਬ ਬੰਦਾ ਸਿੱਖ ਲੈਂਦਾ ਕੋਈ ਵੀ ਚੀਜ਼। ਸਾਨੂੰ ਇਸ ਚੀਜ਼ ਨੂੰ ਲਰਨ ਕਰਨਾ ਪੈਂਦਾ ਕਿ ਮਤਲਬ ਇਹ ਡਾਟ ਪਾਵਾਂ, ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ। ਕਈ ਲੋਕ ਇਹਨੂੰ ਸੋਚਦੇ ਨੇ ਮੋਹਰੀਆਂ ਜੀਆਂ ਕੱਢੀਆਂ ਹੋਈਆਂ ਨੇ, ਕੀ ਨੇ, ਮੋਹਰੀਆਂ ਨਹੀਂ ਹੈਗੀਆਂ ਇਹ ਲਾਈਫ, ਇਹ ਤਾਂ ਸਾਡੀ ਲਾਈਫ ਹੈ, ਇਹ ਮੋਹਰੀਆਂ ਨਹੀਂ ਹੈਗੀਆਂ। ਇਹ ਮਤਲਬ ਕਈ ਲੋਕ ਜਿੱਦਾਂ ਅਸੀਂ ਗੁਰਦੁਆਰਾ ਸਾਹਿਬ ਵੀ ਪੜ੍ਹਨ ਜਾਂਦੇ ਹਾਂ, ਪਰ ਮਤਲਬ ਉਹਨਾਂ ਦਾ ਕਸੂਰ ਨਹੀਂ ਹੈਗਾ ਐਕਚੁਅਲੀ, ਜੋਰ ਨਾਲ ਸੁਰਤੀ ਗਿਆਨ ਵਿਚਾਰ ਗੁਰੂ ਸਾਹਿਬ ਨੇ ਵੀ ਕਿਹਾ ਨਾ, ਤੇ ਉਹਨਾਂ ਦਾ ਕਸੂਰ ਨਹੀਂ ਹੈਗਾ ਇਸ ਚੀਜ਼ 'ਚ। ਉਹਨਾਂ ਨੂੰ ਜਿੱਦਾਂ ਸਮਝ ਲੱਗਦੀ ਹੈ, ਜਿੱਦਾਂ ਪਰਮਾਤਮਾ ਉਹਨਾਂ ਨੂੰ ਦਰਸਾਉਂਦਾ, ਦੇਖਣ ਵਾਲਿਆਂ ਨੂੰ ਤਾਂ ਇਹੀ ਲੱਗਦਾ ਵੀ ਮੋਹਰੀਆਂ ਹੀ ਨਿਕਲੀਆਂ ਹੋਈਆਂ। ਕਈ ਲੋਕ ਤਾਂ ਕਹਿਣਗੇ ਲਿਖਿਆ ਕਿੱਥੇ ਹੈ, ਕੁਝ ਵੀ ਨਹੀਂ ਲਿਖਿਆ, ਇਹ ਕਿੱਦਾਂ ਹੱਥ ਫੇਰੇ ਨੇ। ਪਰ ਮਤਲਬ ਉਸ ਚੀਜ਼ ਨੂੰ ਅਸੀਂ ਜਿੱਦਾਂ ਫਰੀਕੁਐਂਸ, ਜਿੱਦਾਂ ਸਾਨੂੰ ਇੱਕ ਲੂਈ ਬਰੇਲ ਬੰਦਾ ਹੋਇਆ ਜਿਹਨੇ ਬਰੇਲ ਲਿਪੀ ਦੀ ਮਤਲਬ ਕੀਤੀ, ਤੇ ਲੂਈ ਬਰੇਲ ਬੰਦੇ ਨੇ ਇਹ ਬਰੇਲ ਲਿਪੀ ਬਣਾਈ ਹੈ, ਉਸ ਬੰਦੇ ਨੇ ਬੇਸ ਬਣਾਇਆ ਆ, ਤੇ ਉਹਨੂੰ ਸਾਨੂੰ ਲਰਨ ਕਰਨਾ ਪੈਂਦਾ ਕਿ ਇੱਕ ਡਾਟ ਪਾਵਾਂਗੇ ਏ ਬਣੂਗਾ, ਐੜਾ ਬਣੂਗਾ। ਉਹਦੇ 'ਤੇ ਤਿੰਨੇ ਭਾਸ਼ਾਵਾਂ, ਇੰਗਲਿਸ਼, ਹਿੰਦੀ, ਪੰਜਾਬੀ, ਕੋਈ ਵੀ ਭਾਸ਼ਾ ਅੱਖਰ ਹੈ, ਅੱਖਰੀ ਜਿਹੜੀ ਹੈ ਉਹ ਇਸ ਭਾਸ਼ਾ 'ਤੇ ਜਿਹੜੀ ਬਰੇਲ ਲਿਪੀ 'ਤੇ ਆ ਉਹ ਫਰੀਕੁਐਂਸ ਸੈੱਟ ਕੀਤਾ ਹੋ। ਜਿਵੇਂ ਗੁਰਬਾਣੀ ਨੇ ਵੀ ਇਹ ਗੱਲ ਕਿ ਲੋਇਨ ਸੁਰਤ ਕਰੇ, ਗੁਰਬਾਣੀ ਨੇ ਗੱਲ ਕੀਤੀ ਹੈ ਵੀ ਲੋਇਨ ਸੁਰਤ ਕਰੇ, ਸੁਰਤੀ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ। ਇਹਦਾ ਮਤਲਬ ਵੀ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਜੇ ਰੱਬ ਦੇ ਦਰਸ਼ਨ ਕਰਨੇ ਨੇ ਤਾਂ ਇਹਨਾਂ ਅੱਖਾਂ ਦੇ ਦੁਆਰਾ ਦਰਸ਼ਨ ਹੋਣਗੇ।
ਇਹਦਾ ਮਤਲਬ ਤੁਸੀਂ ਅੱਖਾਂ ਦੀ ਜੋਤ ਚਾਹੇ ਨਹੀਂ, ਲੋਇਨ ਸੁਰਤ ਕਰੇ ਵਾਲੀ ਜਿਹੜੀ ਹੈਗੀ ਆ ਪੰਗਤੀ, ਉਹਦੇ ਉੱਪਰ ਖਰਾ ਉਤਰ ਰਹੇ ਹੋ ਨਾ। ਹਾਂਜੀ ਹਾਂਜੀ, ਕੋਸ਼ਿਸ਼ ਤਾਂ ਇਹੀ ਕਰ ਰਹੇ ਹਾਂ, ਪਰਮਾਤਮਾ ਦੀ ਰਹਿਮਤ ਹੀ ਆ ਸਭ। ਮਤਲਬ ਅਸੀਂ ਇਹੀ ਚੀਜ਼ ਸੋਚਦੇ ਹਾਂ ਕਿ ਜਿੱਦਾਂ ਨਾਰਮਲ ਲੋਕ ਨੇ ਨਾ ਇਸ ਚੀਜ਼ ਨਾਲ ਜਿੱਦਾਂ ਮਤਲਬ ਇੱਕ ਜਿੱਦਾਂ ਕਿੰਨਰ ਸਮਾਜ ਹੈ, ਹੋਰ ਸਮਾਜ ਹੈ, ਸਾਨੂੰ ਵੀ ਇੱਕ ਨਾ ਮਤਲਬ ਨਾਰਮਲ ਸਮਾਜ 'ਚ ਵਿਤਕਰਾ ਹੋ ਚੁੱਕਿਆ। ਜਿੱਦਾਂ ਬਲਾਈਂਡ ਸਮਾਜ ਇੱਕ ਨਾਮ ਹੀ ਰੱਖ ਦਿੱਤਾ ਗਿਆ ਵੱਖਰਲਾ ਕਿ ਬਲਾਈਂਡ ਸਮਾਜ, ਬਟ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਮਤਲਬ ਅੱਖਾਂ ਤੋਂ ਇੱਕ ਯਾਰ ਮਤਲਬ ਕਿਸੇ ਨੂੰ ਅੱਖਾਂ ਤੋਂ ਦਿਖ ਨਹੀਂ ਰਿਹਾ, ਤੁਸੀਂ ਮਤਲਬ ਮੈਨੂੰ ਇਸ ਚੀਜ਼ ਦਾ ਬਹੁਤ ਫੀਲ ਹੁੰਦਾ ਕਿ ਯਾਰ ਅੱਖਾਂ ਤੋਂ ਦਿਖ ਨਹੀਂ ਰਿਹਾ, ਤੁਸੀਂ ਬਸ ਉਹਨੂੰ ਨਾਮ ਹੀ ਦੇਤਾ ਕਿ ਇਹ ਬਲਾਈਂਡ ਹੈ, ਬਸ ਇਹ ਸਾਡੇ ਨਾਲੋਂ ਵੱਖ ਹੈ। ਪਰ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਹੁਣ ਦੇਖੋ ਠੀਕ ਹੈ, ਇੰਨੀ ਕੁ ਮੁਸ਼ਕਿਲ ਵੀ ਨਹੀਂ ਹੈ। ਇੰਨਾ ਕੁ ਹੁੰਦਾ ਕਿ ਚਲੋ ਨਾਰਮਲ ਬੰਦੇ ਨੇ ਦੇਖ ਕੇ ਚੀਜ਼ ਚੱਕ ਲੈਣੀ ਵੀ ਆਹ ਕੱਪ ਪਿਆ, ਗਲਾਸ ਪਿਆ, ਸਾਨੂੰ ਥੋੜ੍ਹਾ ਜਿਹਾ ਹੱਥ ਮਾਰ ਕੇ ਚੀਜ਼ ਲੱਭਣੀ ਪੈਂਦੀ ਹੈ ਕਿ ਹਾਂ ਟੱਚ ਕਰਕੇ ਕਈ ਵਾਰ ਨਹੀਂ ਮਿਲਦੀ, ਪਰ ਚੱਕ ਤਾਂ ਲੈਣੇ ਹੀ ਆ ਨਾ, ਚੱਕ ਤਾਂ ਲੈਣੇ ਹੀ ਆ ਨਾ, ਪਰ ਮਿਹਨਤ ਤਾਂ ਕਰ ਹੀ ਲੈਂਦੇ ਆ ਨਾ। ਉਹ ਵੀ ਇੱਕ ਮਿਹਨਤੀ ਹੈ ਨਾ, ਉਹ ਜੇ ਦੇਖ ਲੈਂਦਾ ਚੱਕਣੀ ਤਾਂ ਪੈਂਦੀ ਹੋਈ ਹੈ ਨਾ। ਜੇ ਅਸੀਂ ਲਾਈਟ ਬੰਦ ਕਰ ਦਈਏ ਤਾਂ ਵੀ ਅਸੀਂ ਚੀਜ਼ ਚੱਕ ਲੈਣੀ, ਪਰ ਉਸ ਬੰਦੇ ਨੂੰ ਲਾਈਟ ਨਾਲ ਹੀ ਦਿਖਣੀ, ਕਮੀ ਤਾਂ ਫਿਰ ਉਹ ਵੀ ਹੈਗੀ ਆ ਨਾ। ਲਾਈਟ ਬੰਦ ਕੀਤੇ ਜੇ ਲਾਈਟ ਜਗਦੀ ਹੈ ਤਾਂ ਉਸ ਬੰਦੇ ਨੇ ਚੀਜ਼ ਚੱਕ ਲੈਣੀ ਵੀ ਆਹ ਪਿਆ ਕੱਪ, ਠੀਕ ਹੈ, ਤਾਂ ਇਹੀ ਫਰਕ ਹੈ। ਅਸੀਂ ਲਾਈਟ ਬੰਦ ਕੀਤਿਆਂ ਵੀ ਚੱਕ ਲੈਂਦੇ ਹਾਂ ਵੀ ਇਹ ਚੀਜ਼ ਇੱਥੇ ਪਈ ਹੈ। ਕਈ ਵਾਰ ਮੈਂ ਦੇਖਿਆ ਕਈ ਸਾਰੀਆਂ ਟਿਊਬਾਂ ਦਵਾਈਆਂ ਹੁੰਦੀਆਂ ਨੇ, ਸਾਨੂੰ ਇੱਕ ਵਾਰ ਪਾਪਾ ਹੁਣੀ ਕਹਿ ਦੇਣਗੇ ਆਹ ਦਵਾਈ ਆ ਇੱਥੇ ਲਾਉਣ ਵਾਲੀ ਹੈ, ਸੱਟ ਤੇ ਲਾਉਣੀ ਹੈ ਜੀ ਕੁਛ, ਸਾਨੂੰ ਲਾਈਟ ਬੰਦ ਕੀਤਿਆਂ ਵੀ ਪੜ੍ਹ ਕੇ ਦੇਖਣ ਦੀ ਲੋੜ ਨਹੀਂ ਪੈਂਦੀ ਇਹ ਟਿਊਬ ਇੱਦਾਂ ਹੈ, ਕਿਉਂਕਿ ਅਸੀਂ ਉਹਦੀ ਸ਼ੇਪ ਹੀ ਦੇਖ ਲੈਂਦੇ ਵੀ ਆਹ ਸ਼ੀਸ਼ੀ ਇੱਦਾਂ ਦੀ ਹੈ, ਆਹ ਸ਼ੀਸ਼ੀ ਇੱਦਾਂ ਦੀ ਹੈ। ਸਾਨੂੰ ਕਦੀ ਪੇਰੈਂਟਸ ਨੇ ਦਵਾਈ ਵੀ, ਕਦੀ ਅਸੀਂ ਬਿਮਾਰ ਠਮਾਰ ਹੋਏ ਹਾਂ, ਅਸੀਂ ਖੁਰਾਕ ਵੀ ਆਪਣੀ ਆਪ ਹੀ ਖਾਣੀ ਹੈ, ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਹੱਥ ਨਾਲ ਕਿ ਡਿਫਰੈਂਟ ਗੋਲੀਆਂ ਨੇ, ਆਹ ਚੀਜ਼ ਆਹ ਗੋਲੀ ਇੱਕੋ ਜਿਹੀ ਆ ਡਿਫਰੈਂਟ ਹੈ, ਪਰ ਦੇਖਣ ਵਾਲੇ ਬੰਦੇ ਨੂੰ ਫਿਰ ਕਮੀ ਹੈ ਨਾ, ਉਹਨੂੰ ਨਹੀਂ ਪਤਾ ਲੱਗਦਾ। ਉਹ ਦੇਖੇ ਤੋਂ ਬਿਨਾਂ ਅੱਖਾਂ ਤੇ ਡਿਪੈਂਡ ਨੇ, ਦੇਖੇ ਤੋਂ ਬਿਨਾਂ ਨਹੀਂ ਲੱਭ ਸਕਦੇ। ਜੀ ਜੀ, ਦੇਖੋ ਭੈਣ ਜੀ ਹੁਣੀ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਹਨਾ, ਇਹਨਾਂ ਨੇ ਕਮੀਆਂ ਵੀ ਗਿਣਾ ਦਿੱਤੀਆਂ ਵੀ ਦੇਖਣ ਵਾਲੇ ਬੰਦੇ ਦੇ ਵਿੱਚ ਵੀ ਫਿਰ ਕਮੀਆਂ ਨੇ, ਸਮਾਜ ਦੀ ਗੱਲ ਕਰ ਦਿੱਤੀ ਵੀ ਸਾਨੂੰ ਅਲੱਗ ਜਿਹੜਾ ਹੈਗਾ ਉਹ ਸਮਝਿਆ ਜਾਂਦਾ। ਆਪਾਂ ਤੁਹਾਡੀ ਪੜ੍ਹਾਈ ਦੀ ਗੱਲ ਕਰ ਲਈ ਹੈ, ਤੁਸੀਂ ਹੌਸਲੇ ਜਿਹੜੇ ਤੁਹਾਡੇ ਬੁਲੰਦ ਨੇ, ਤੁਰ ਕੇ ਆਪ ਤੁਸੀਂ ਜਾਂਦੇ ਹੋ, ਕਿੱਥੇ ਤੱਕ ਜਾ ਕੇ ਤੁਸੀਂ ਸਟੱਡੀ ਕੀਤੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਤੁਸੀਂ ਸਕੂਲੇ ਪੜ੍ਹਾਉਂਦੇ ਹੋ, ਐਜ਼ ਏ ਟੀਚਰ ਹੋ, ਤੁਸੀਂ ਮਿਊਜ਼ਿਕ ਟੀਚਰ ਹੋ, ਤੇ ਨਾਲ ਜਿਹੜੇ ਹੋਰ ਸਬਜੈਕਟ ਵੀ ਤੁਹਾਨੂੰ ਪੜ੍ਹਾਉਣੇ ਪੈਂਦੇ ਹੁੰਦੇ ਹਨਾ, ਤੇ ਉਸ ਪੱਖ ਦੀ ਗੱਲ ਕਰੀਏ ਵੀ ਤੁਹਾਨੂੰ ਕੋਈ ਮੁਸ਼ਕਲ ਬਣੀ ਹੋਵੇ। ਉਸ ਪੱਖ ਦੇ ਵਿੱਚ ਹੁਣ ਜਿਵੇਂ ਆਪਣਾ ਆਨਲਾਈਨ ਹੀ ਸਾਡੀ ਸਟੱਡੀ ਹੋ ਰਹੀ ਆ, ਤੇ ਮੈਂ ਨਾਲ ਆਪਣਾ ਇੱਕ ਰਾਈਟਰ ਰੱਖ ਲੈਂਦੀ ਆ, ਉਹਨਾਂ ਨੂੰ ਦੱਸ ਦਿੰਦੀ ਆ ਵੀ ਆਹ ਚੀਜ਼ ਆਪਾਂ ਕਰਾਉਣੀ, ਆਹ ਲੈਸਨ ਕਰਵਾਉਣਾ। ਲੈਸਨ ਦਾ ਮੈਨੂੰ ਪਤਾ ਹੁੰਦਾ ਵੀ ਇੰਨੇ ਲੈਸਨ ਹੈ, ਏਜੰਡਾ ਆਇਆ ਹੁੰਦਾ, ਟਾਈਮ ਟੇਬਲ ਆਇਆ ਹੁੰਦਾ, ਉਹਦੇ ਅਕੋਰਡਿੰਗ ਅਸੀਂ ਕਰਾਉਣਾ ਹੁੰਦਾ, ਤੇ ਉਹ ਲਿਖ ਕੇ ਮੈਨੂੰ ਭੇਜ ਦਿੰਦੇ, ਮੈਂ ਅੱਗੇ ਸੈਂਡ ਕਰ ਦਿੰਦੀ ਹਾਂ ਜੀ। ਪ੍ਰਸ਼ਨ ਕੋਈ ਮੁਸ਼ਕਲ ਨਹੀਂ ਭੇਜ ਦਿੰਦੇ, ਹਾਂਜੀ, ਆਡੀਓ ਬਣਾ ਕੇ, ਮੈਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਵੀ ਇਦਾਂ ਚੀਜ਼, ਕਿਉਂਕਿ ਜ਼ਿਆਦਾਤਰ ਜਦੋਂ ਮੈਂ ਸਕੂਲ ਦੇ ਵਿੱਚ ਪਹਿਲੀ ਵਾਰ ਗਈ ਸੀ ਨਾ, ਉਦੋਂ ਹਰੇਕ ਨੂੰ ਇਹੀ ਲੱਗਦਾ ਸੀਗਾ ਕਿ ਮਤਲਬ ਸ਼ਾਇਦ ਗੁਰਵਿੰਦਰ ਕੁਛ ਨਹੀਂ ਕਰ ਸਕਦੇ, ਨਹੀਂ ਆਉਂਦਾ, ਕਿਉਂਕਿ ਉਹ ਮੈਨੂੰ ਮੂੰਹ 'ਤੇ ਨਹੀਂ ਸੀ ਕਹਿੰਦੇ, ਪਰ ਪਿੱਛੋਂ ਕਹਿ ਵੀ ਦਿੰਦੇ ਸੀਗੇ ਕਿ ਮਤਲਬ ਲੱਗ ਜਾਂਦਾ ਜੀ, ਆਪਾਂ ਨੂੰ ਜ਼ਰੂਰੀ ਨਹੀਂ ਕੋਈ ਬੋਲ ਕੇ ਦੱਸੇ ਤੇ ਫਿਰ ਹੀ ਆਪਾਂ ਨੂੰ ਪਤਾ ਲੱਗਦਾ ਆ ਵੀ ਆਪਣੀ ਕੋਈ ਕਮੀ ਦੇਖ ਰਿਹਾ। ਤੇ ਪਰ ਜਦੋਂ ਮੈਂ ਕਰਾਉਣਾ ਸ਼ੁਰੂ ਕਰ ਦਿੱਤਾ, ਹਰ ਚੀਜ਼ ਉਹਨਾਂ ਦੇ ਮਤਲਬ ਜੇ ਉਹਨਾਂ ਨੇ ਮੈਨੂੰ ਕੋਈ ਚੈਲੰਜ ਵੀ ਕਰਨਾ ਤਾਂ ਮੈਂ ਉਹਨਾਂ ਦਾ ਚੈਲੰਜ ਐਕਸੈਪਟ ਕੀਤਾ। ਮੈਂ ਇਸ ਚੀਜ਼ ਨੂੰ ਚੈਲੰਜ ਕਹੂੰਗੀ ਕਿ ਮੈਂ ਹਰ ਚੀਜ਼ ਦਾ ਚੈਲੰਜ ਐਕਸੈਪਟ ਕੀਤਾ। ਪਰ ਇਸ ਟਾਈਮ ਮੇਰੇ ਨਾਲ ਸਾਰੇ ਟੀਚਰ ਮੈਨੂੰ ਇੱਕੋ ਜਿਹਾ ਹੀ ਸਮਝਦੇ, ਇਹ ਨਹੀਂ ਸਮਝਦੇ ਕਿ ਮੈਨੂੰ ਨਾਲ ਲੈ ਕੇ ਜੇਕਰ ਉਹਨਾਂ ਨੇ ਕੋਈ ਚੀਜ਼ ਖਾਣੀ ਹੈ ਤਾਂ ਮੈਨੂੰ ਨਾਲ ਹੀ ਬਿਠਾਉਣਾ। ਇਹ ਨਹੀਂ ਹੈਗਾ ਵੀ ਹੁਣ ਫਰਕ ਹੈ, ਹੁਣ ਕੋਈ ਫਰਕ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਪਹਿਲਾਂ ਇਹ ਨਾ ਜੀ ਗੱਲ ਹੈ ਨਾ, ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਕਿ ਬਲਾਈਂਡ ਕੁਝ ਕਰ ਸਕਦੇ ਆ। ਮੈਂ ਉਹਨਾਂ ਦਾ ਕਸੂਰ ਨਹੀਂ ਕੱਢਦੀ, ਇਸ ਚੀਜ਼ ਦੇ ਵੀ ਉਹਨਾਂ ਦੇ ਵਿੱਚ ਕਸੂਰ ਨਹੀਂ ਸੀਗਾ, ਉਹਨਾਂ ਦੀ ਕੋਈ ਨਹੀਂ ਸੀ ਵੀ ਮੇਰੀ ਡਿਸੇਬਿਲਿਟੀ ਨੂੰ ਲੈ ਕੇ ਮੇਰਾ ਇੱਦਾਂ ਕਰਦੇ ਸੀ, ਵੀ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਨਹੀਂ ਕੁਝ ਕਰ ਸਕਦੇ ਬਲਾਈਂਡ, ਉਹਨਾਂ ਨੇ ਦੇਖਿਆ ਨਹੀਂ ਸੀ ਨਾ ਜੀ ਬਲਾਈਂਡ ਨੂੰ, ਇਸ ਕਰਕੇ। ਤੇ ਬੱਚੇ ਕਿਵੇਂ ਪਿਆਰ ਕਰਦੇ ਨੇ ਟੀਚਰ ਤੇ, ਸਮਝੌਤਾ ਕਰ ਲਿਆ, ਟੀਚਰਾਂ ਦੀ ਤਾਂ ਮਜਬੂਰੀ ਬਣ ਗਈ, ਤੁਹਾਡਾ ਉਹਨਾਂ ਨੇ ਦੇਖ ਲਿਆ ਵੀ ਟੈਲੈਂਟ ਹੈ ਨਾ, ਵੀ ਤੁਸੀਂ ਪੜ੍ਹਾ ਸਕਦੇ ਹੋ, ਤੁਸੀਂ ਬੜਾ ਕੁਝ ਕਰ ਸਕਦੇ ਹੋ ਸਕਦਾ ਉਹਨਾਂ ਦੇ ਅੰਦਰੋਂ ਇਹ ਗੱਲ ਚੱਲਦੀ ਹੋਵੇ, ਇਹ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਪੜ੍ਹਾ ਦਿੰਦੀ ਹੈ ਨਾ। ਬੱਚੇ ਕਿਵੇਂ ਪਿਆਰ ਕਰਦੇ ਨੇ ਤੁਹਾਡੇ ਤੋਂ ਸਿੱਖਣ ਵਾਲੇ? ਮੈਂ ਬੱਚਿਆਂ ਦੀ ਤਾਂ ਕੋਈ ਕਹਿ ਹੀ ਨਹੀਂ ਸਕਦੀ, ਪਾਪਾ ਨੂੰ ਤੁਸੀਂ ਪੁੱਛ ਕੇ ਦੇਖਿਓ, ਅਜੇ ਮੋਟਰਸਾਈਕਲ ਬਾਈਕ ਤੇ ਛੱਡ ਕੇ ਆਉਂਦੇ ਕਈ ਵਾਰੀ ਪਾਪਾ ਮੈਨੂੰ, ਤੇ ਪਿੱਛੇ ਹੁੰਦਾ ਬਾਈਕ, ਪਿੱਛੇ ਭੱਜੇ ਆਉਣਗੇ ਬੱਚੇ, ਕਹਿਣਗੇ ਮੈਡਮ ਜੀ ਗੁੱਡ ਮਾਰਨਿੰਗ, ਮੈਡਮ ਜੀ ਗੁੱਡ, ਮਤਲਬ ਇੱਕ ਦਾ ਜਵਾਬ ਨਹੀਂ ਮੇਰੇ ਤੋਂ ਦੇ ਹੁੰਦਾ, ਮੇਰੇ ਮੂੰਹ ਦੇ ਵਿੱਚ ਚੀਜ਼ਾਂ ਪਾਉਣ ਤੱਕ ਜਾਂਦੇ ਆ ਬੱਚੇ ਖਾਣ। ਹਾਂਜੀ, ਬਹੁਤ ਪਿਆਰ ਮਿਲਦਾ, ਮੈਂ ਸਟੂਡੈਂਟ ਦੀ ਤਾਂ ਗੱਲ ਕਹਿ ਹੀ ਨਹੀਂ ਸਕਦੀ। ਉਹਦੇ ਨਾਲ ਜਦੋਂ ਇੰਨਾ ਪਿਆਰ ਮਿਲਦਾ ਉਦੋਂ ਭੁੱਲ ਜਾਂਦੇ ਹੋਵੋਗੇ ਸਾਰਾ ਕੁਝ, ਸਾਰੀ ਕੀਤੀ ਹੋਈ ਮਿਹਨਤ, ਵੀ ਮੈਨੂੰ ਆਹ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਜਾਣਾ ਪਿਆ, ਸਾਰਾ ਕੁਝ ਭੁੱਲ ਜਾਂਦਾ ਹੋਊਗਾ। ਸਾਡਾ ਸਟਾਫ ਵੀ ਬਹੁਤ ਅੱਛਾ, ਐਵੇਂ ਮੈਂ ਨਹੀਂ ਕਹਿੰਦੀ, ਬਹੁਤ ਵਧੀਆ ਆ, ਬਹੁਤ ਸਾਰੇ ਮਿਹਨਤੀ ਨੇ, ਮੇਰੇ ਤੇ ਵੀ ਹੁਣ ਪੂਰਾ ਫੁੱਲ ਧਿਆਨ ਦਿੰਦੇ ਨੇ ਵੀ ਵਧੀਆ ਆ ਮੈਡਮ, ਵਧੀਆ ਕੰਮ ਕਰਾਉਂਦੇ ਆ। ਜੇ ਉਹਨਾਂ ਨੇ ਮੈਨੂੰ ਮਿਊਜ਼ਿਕ ਦਾ ਕਹਿ ਦੇਣਾ, ਮੈਂ ਮਿਊਜ਼ਿਕ ਦਾ ਫਟ ਕਰਵਾ ਦੇਣਾ, ਜੇ ਉਹਨਾਂ ਨੇ ਮੈਨੂੰ ਕੋਈ ਹੋਰ ਮਤਲਬ ਸਬਜੈਕਟ ਦਾ ਕਹਿ ਦੇਣਾ ਤਾਂ ਮੈਂ ਉਹ ਵੀ ਕਰਵਾ ਦਿੰਦੀ ਆ, ਵੀ ਮੈਂ ਉਹਨਾਂ ਨੇ ਮੇਰੇ ਨਾਲ ਕਦੀ ਹੁਣ ਫਰਕ ਕੀਤਾ ਤੇ ਨਾ ਮੈਂ ਕਦੀ ਕੀਤਾ। ਜੀ ਜੀ, ਭੈਣ ਜੀ ਤੁਸੀਂ ਇਹ ਜ਼ਰੂਰ ਦੱਸੋ, ਤੁਸੀਂ ਸਾਨੂੰ ਦੱਸ ਰਹੇ ਸੀ ਪਹਿਲਾਂ ਵੀ ਜਦੋਂ ਤੁਹਾਨੂੰ ਲੋੜ ਪਈ ਟੀਚਰ ਦੀ,
ਵੀ ਮੈਨੂੰ ਬੋਲ ਕੇ ਸਿਖਾਇਆ ਜਾਵੇ, ਜਾਂ ਤੁਹਾਨੂੰ ਹੋਸਟਲ ਦੇ ਵਿੱਚ ਲੋੜ ਪਈ ਹੈ ਨਾ, ਉੱਪਰ ਉਤਰਨ ਦੇ ਵਿੱਚ ਕਈ ਵਾਰ ਮੁਸ਼ਕਲ ਬਣਦੀ ਹੈ ਜਾਂ ਹੋਰ ਹੈ, ਤੇ ਨਾਲ ਦੀਆਂ ਸਹੇਲੀਆਂ ਹੱਥ ਛੱਡ ਕੇ ਵੀ ਚਲੇ ਜਾਂਦੀਆਂ ਨੇ, ਕਿਸੇ ਨੇ ਸਾਥ ਵੀ ਦਿੱਤਾ? ਹਾਂਜੀ ਬਿਲਕੁਲ, ਉਹ ਸਾਥ ਅੱਜ ਤੱਕ ਫਰੈਂਡ ਮੇਰੀ ਜਗਦੀਪ ਕੌਰ, ਉਹ ਖਡੂਰ ਸਾਹਿਬ ਦੀ ਕੁੜੀ ਹੈ ਕੋਈ, ਉੱਥੇ ਕਿਉਂਕਿ ਮੈਂ ਗ੍ਰੈਜੂਏਸ਼ਨ ਕੀਤੀ, ਬਾਅਦ ਚੋਂ ਹੁਣ ਮੈਂ ਐਮਏ ਤਾਂ ਪ੍ਰਾਈਵੇਟ ਕਰ ਰਹੀ ਹਾਂ ਗੁਰੂ ਨਾਨਕ ਯੂਨੀਵਰਸਿਟੀ ਤੋਂ। ਫਿਰ ਪਹਿਲਾਂ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ, ਮਤਲਬ ਜਦੋਂ ਮੈਂ ਹੋਸਟਲ ਗਈ, ਪੇਰੈਂਟਸ ਛੱਡ ਕੇ ਆਏ, ਤਾਂ ਮਤਲਬ ਵਾਰਡਨ ਮੈਮ ਨੇ ਤਾਂ ਕਿਸੇ ਨਾਲ ਐਡਜਸਟ ਕਰਨਾ ਹੀ ਸੀਗਾ, ਕਿਉਂਕਿ 10th ਤੱਕ ਹੀ ਅਸੀਂ ਬਲਾਈਂਡ ਸਮਾਜ ਵਿੱਚ ਰਹਿ ਕੇ ਪੜ੍ਹਦੇ ਹਾਂ, ਬਲਾਈਂਡ ਸਕੂਲਸ 'ਚ, ਤੇ ਬਾਅਦ ਚੋਂ ਸਾਨੂੰ ਕੋਈ ਇਦਾਂ ਦੀ ਲੋੜ ਨਹੀਂ ਪੈਂਦੀ, ਬਾਅਦ ਚੋਂ ਅਸੀਂ ਨਾਰਮਲ ਬੱਚਿਆਂ ਵਿੱਚ ਹੀ ਆਮ ਦੀ ਤਰ੍ਹਾਂ ਹੀ ਰਹਿ ਕੇ ਪੜ੍ਹਦੇ, ਜਿੱਦਾਂ ਯੂਨੀਵਰਸਿਟੀ ਚਲੇ ਗਏ, ਤੇ ਮਤਲਬ ਉੱਥੇ ਕੋਈ ਬਲਾਈਂਡ ਬੱਚਿਆਂ ਲਈ ਤਾਂ ਅਲੱਗ ਯੂਨੀਵਰਸਿਟੀ ਬਣੀ ਨਹੀਂ ਹੋਈ ਹੈ ਨਾ, ਸਾਰੀਆਂ ਯੂਨੀਵਰਸਿਟੀਆਂ ਨਾਰਮਲ ਬੱਚੇ ਵੀ ਪੜ੍ਹਦੇ ਆ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹੀ ਗੱਲ ਨਾ, ਵੱਖਰਤਾ ਵਾਲੀ ਗੱਲ ਕੋਈ ਨਹੀਂ ਹੈਗੀ, ਮਤਲਬ ਵੈਸੇ ਹਰ ਥਾਂ ਤੇ ਵੀ ਵੱਖਰੇ ਹੀ ਚੱਲਣਾ ਆ, ਹਰ ਇਹਨਾਂ ਦਾ ਵੱਖਰਾ ਹੀ ਕਾਲਜ ਸਕੂਲ ਹੋਵੇ, ਉਸ ਤਰ੍ਹਾਂ ਦੀ, ਕਿਉਂਕਿ ਪੜ੍ਹਾਈ ਇੱਕੋ ਹੈ, ਬਸ ਤਰੀਕਾ ਹੀ ਅੱਡ ਹੈ ਨਾ, ਵੱਖਰਤਾ ਕੁਛ ਨਹੀਂ ਹੈਗੀ। ਤੇ ਜਦੋਂ ਮੈਨੂੰ ਪੇਰੈਂਟਸ ਹੋਸਟਲ ਛੱਡ ਕੇ ਆਏ, ਤੇ ਉਦੋਂ ਮਤਲਬ ਵਾਰਡਨ ਮੈਮ ਨੇ ਮਤਲਬ ਕਿਸੇ ਨੂੰ ਪ੍ਰੇਰਿਆ ਇਸ ਲਈ, 2 ਫਰੈਂਡਸ ਸੀਗੀਆਂ ਰਹਿ ਰਹੀਆਂ ਰੂਮ 'ਚ, ਉਹਨਾਂ ਨੂੰ ਕਿਹਾ ਵੀ 3 ਸੀਟਰ ਰੂਮ ਸੀਗਾ, ਵੀ ਤੁਸੀਂ ਇਹਨਾਂ ਨੂੰ ਵੀ ਰੱਖ ਲਓ, ਵੀ ਇਹ ਵੈਸੇ ਲੋਕ ਗੁਰਦੁਆਰਿਆਂ 'ਚ ਇੰਨੀ ਸੇਵਾ ਕਰਦੇ ਆ, ਜੇ ਤੁਸੀਂ ਇਹਦੀ ਹੈਲਪ ਕਰੋਗੇ ਤਾਂ ਬਹੁਤ ਵੱਡੀ ਸੇਵਾ ਆ ਇੱਕ। ਤੇ ਉਹ ਕਹਿੰਦੀਆਂ ਠੀਕ ਹੈ ਮੈਮ, ਮਤਲਬ ਮੈਡਮ ਕੋਲ ਤਾਂ ਉਹ ਕਹਿੰਦੀਆਂ ਠੀਕ ਹੈ ਮੈਮ ਅਸੀਂ ਰੱਖ ਲੈਂਦੇ ਹਾਂ। ਬਾਅਦ ਚੋਂ ਉਹ ਥੋੜ੍ਹਾ ਬਹੁਤਾ ਮੁਸ਼ਕਿਲ ਆਈ ਕਿ ਜਿੱਦਾਂ ਮੈਨੂੰ ਉਹਨਾਂ ਨੂੰ ਰੋਟੀ ਖਵਾਉਣ ਫੜ ਕੇ ਲੈ ਕੇ ਜਾਣਾ, ਕਿਉਂਕਿ ਪਹਿਲਾਂ ਮੈਨੂੰ ਪਤਾ ਨਹੀਂ ਸੀ ਨਾ ਪਹਿਲੇ ਦਿਨ, ਬਾਅਦ ਚੋਂ ਸਾਨੂੰ ਪਤਾ ਲੱਗ ਜਾਂਦਾ। ਹੁਣ ਸਾਡੇ ਘਰ 'ਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਮਤਲਬ ਇੱਕ ਦਿਨ ਹੀ ਬਸ ਦਿੱਕਤ ਆਉਂਦੀ ਹੈ, ਬਾਅਦ ਚੋਂ ਸਾਨੂੰ ਸਭ ਪਤਾ ਲੱਗਦਾ ਵੀ ਇੱਥੇ ਮੈਸ ਹੈ, ਇੱਥੇ ਆਹ ਚੀਜ਼ ਹੈ, ਇੱਥੇ ਆਹ ਚੀਜ਼ ਹੈ। ਤੇ ਉਹਨੇ ਮਤਲਬ ਥੋੜ੍ਹਾ ਜਿਹਾ ਮੈਨੂੰ ਇੱਕ ਦਿਨ ਕਾਲਜ ਲੈ ਕੇ ਗਈ, ਪਹਿਲਾਂ ਤਾਂ ਮੈਨੂੰ ਮਤਲਬ ਜਿੱਦਾਂ ਪਹਿਲਾਂ ਰੋਟੀ ਖਾਣ ਲੈ ਕੇ ਗਈ, ਉਦੋਂ ਥੋੜ੍ਹਾ ਜਿਹਾ ਉਹਨੇ ਕੀਤਾ ਕਿ ਹਾਂ ਯਾਰ ਮੈਨੂੰ ਹੱਥ ਫੜ ਕੇ ਲੈ ਕੇ ਜਾਣਾ ਪੈ ਰਿਹਾ ਇਹਦਾ, ਤੇ ਮੈਡਮ ਨੂੰ ਤਾਂ ਕਹਿਣ ਨਾ। ਤੇ ਬਾਅਦ ਚੋਂ ਸਵੇਰੇ ਜਦੋਂ ਕਾਲਜ ਲੈ ਕੇ ਗਈ ਹੱਥ ਫੜ ਕੇ, ਤੇ ਮੈਨੂੰ ਕਹਿੰਦੀ ਵੀ ਤੂੰ ਇੱਥੇ ਹੀ ਰਿਹਾ ਕਰ, ਹੋਸਟਲ ਹੀ ਰਹਿ ਲਿਆ ਕਰ, ਟੀਚਰਸ ਨੂੰ ਅਸੀਂ ਗੱਲ ਕਰ ਲਾਂਗੇ, ਉਹ ਤੇਰੀ ਅਟੈਂਡੈਂਸ ਲਗਾ ਦਿਆ ਕਰਨਗੇ। ਮੈਂ ਕਿਹਾ ਵੀ ਮੇਰੇ ਪੇਰੈਂਟਸ ਨੇ ਫੀਸ ਮੈਨੂੰ ਹੋਸਟਲ ਰੱਖਣ ਵਾਸਤੇ ਥੋੜੀ ਭਰੀ ਹੈ, ਵੀ ਉਹ ਤਾਂ ਮੈਨੂੰ ਘਰੇ ਵੀ ਰੱਖ ਸਕਦੇ ਸੀ, ਫਿਰ ਵੀ ਪੇਰੈਂਟਸ ਮੇਰੇ ਨੇ ਫੀਸ, ਮੈਂ ਕਿਉਂ ਨਾ ਜਾਵਾਂ, ਤੂੰ ਨਹੀਂ ਹੱਥ ਫੜਨਾ ਨਾ ਫੜੀ, ਠੀਕ ਹੈ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਮੇਰਾ ਪਰਮਾਤਮਾ ਹੈ। ਤੇ ਬਾਅਦ ਚੋਂ ਕੀ ਹੋਇਆ ਕਿ ਮਤਲਬ ਉਹ ਕਹਿੰਦੀ ਮੈਡਮ ਮੇਰੀ ਤਾਂ ਰੈਪੂਟੇਸ਼ਨ ਦਾ ਸਵਾਲ ਆ, ਮੈਂ ਇਹਦੀ ਜ਼ਿੰਮੇਵਾਰੀ ਨਹੀਂ ਲੈ ਸਕਦੀ, ਹੱਥ ਫੜ ਕੇ ਨਹੀਂ ਮੈਂ ਚੱਲ ਸਕਦੀ। ਹਾਂਜੀ, ਤੇ ਕੀ ਹੋਇਆ ਕਿ ਮਤਲਬ ਬਾਅਦ ਚੋਂ ਮੈਡਮ ਨੂੰ ਮੈਂ ਕਿਹਾ ਮੈਮ ਮੈਨੂੰ ਕਿਹਨੇ ਕਿਹਾ ਹੱਥ ਫੜੇ, ਮੈਂ ਕਿਹਾ ਵੀ ਮੈਮ ਮੇਰਾ ਹੱਥ ਫੜਨ ਦੀ ਇਹਨੂੰ ਲੋੜ ਨਹੀਂ ਹੈਗੀ, ਕੋਈ ਪ੍ਰੋਬਲਮ ਨਹੀਂ। ਤੇ ਉਸ ਤੋਂ ਬਾਅਦ ਅਗਲੇ ਦਿਨ ਮੈਂ ਕੱਲੀ ਕਾਲਜ, ਇਹਨਾਂ ਨੇ ਮੇਰੇ ਕੋਲੋਂ ਹੀ ਲੰਘ ਜਾਣਾ, ਮਤਲਬ ਗੇਟ ਵਾਲੇ ਅੰਕਲ ਨੇ ਕਹਿਣਾ ਵੀ ਤੁਸੀਂ ਉਹਨੂੰ ਵੀ ਫੜ ਕੇ ਲੈ ਆਇਆ ਕਰੋ, ਪਰ ਮੈਂ ਕੱਲੀ ਕਾਲਜ ਜਿਹੜਾ ਤੁਰ ਕੇ ਗੇਟ ਤੋਂ, ਮਤਲਬ ਹੋਸਟਲ ਦੇ ਨਾਲ ਹੀ ਕਾਲਜ ਸੀਗਾ, ਕੱਲੀ ਤੁਰ ਕੇ ਮੈਂ ਚੱਲ ਜਾਣਾ। ਤੇ ਉਹ ਕੀ ਹੋਇਆ ਕਿ ਇੱਕ ਦਿਨ ਮੈਂ ਸੀੜੀਆਂ ਤੋਂ ਉਤਰਦੀ ਪਈ ਸੀ ਲੈਕਚਰ ਲਗਾ ਕੇ ਕੱਲੀ, ਤੇ ਉਹ ਕੁੜੀ ਜਿਹੜੀ ਫਰੈਂਡ ਹੁਣ ਤੱਕ ਹੈਲਪ ਕਰ ਰਹੀ ਆ, ਉਹ ਗੁਰੂ ਗ੍ਰੰਥ ਸਾਹਿਬ ਨੇ ਜਾਂ ਗੁਰੂ ਅੰਗਦ ਦੇਵ ਜੀ ਨੇ ਜਿੱਦਾਂ ਮੈਨੂੰ ਉਹ ਕੁੜੀ ਮਿਲਵਾਈ, ਤੇ ਉਹ ਕਹਿੰਦੀ ਕਿ ਚੱਲ ਯਾਰ ਮੈਂ ਛੱਡ ਕੇ ਆਵਾਂ ਹੱਥ ਫੜ ਕੇ, ਤੈਨੂੰ ਕਿੱਥੇ ਜਾਣਾ। ਫਿਰ ਉਸ ਤੋਂ ਬਾਅਦ ਉਹ ਮੈਨੂੰ ਖੁਦ ਹੀ ਪੁੱਛਣ ਲੱਗ ਗਈ, ਤੈਨੂੰ ਕੋਈ ਰਿਕਾਰਡਿੰਗ ਦੀ ਹੈਲਪ, ਤੈਨੂੰ ਕੋਈ ਕਿਸੇ ਚੀਜ਼ ਦੀ ਵੀ ਹੈਲਪ, ਉਹਨੇ ਮੇਰੇ ਨਾਲ ਹੀ ਬੈਠਿਆ ਕਰਨਾ, ਇਹ ਨਹੀਂ ਉਹਨੇ ਸੋਚਣਾ ਵੀ ਇਹ ਬਲਾਈਂਡ ਆ ਤੈਨੂੰ ਕੱਲੀ ਨੂੰ ਬਿਠਾਵਾਂ। ਆਪਾਂ ਇੰਜ ਕਹਿ ਸਕਦੇ ਹਾਂ ਵੀ ਸਹੇਲੀ ਨੇ ਹੱਥ ਨਹੀਂ ਫੜਿਆ, ਫਿਰ ਗੁਰੂ ਨੇ ਹੱਥ ਫੜ ਲਿਆ। ਨਹੀਂ ਹੱਥ ਫੜ ਲਿਆ, ਗੁਰੂ ਨੇ ਫੜ ਲਿਆ। ਤੇ ਮੇਰੀ ਵੀ ਹੈਲਪ ਕਰਦੀ ਹੈ ਜਗਦੀਪ ਕੁੜੀ ਨਾ ਜਿਹੜੀ ਲੜਕੀ ਆ, ਉਹ ਮੇਰੀ ਅੱਜ ਬਹੁਤ ਹੈਲਪ ਕਰਦੀ ਹੈ। ਜੋ ਚੀਜ਼ ਉਹਨੂੰ ਮੈਂ ਕਹਿ ਦੇਣੀ ਹੈ ਕਿ ਮੈਨੂੰ ਆ ਰਿਟਨ 'ਚ ਲਿਖ ਕੇ ਚਾਹੀਦਾ ਆ, ਉਹਨੇ ਲਿਖ ਕੇ ਦੇ ਦੇਣਾ, ਮੈਨੂੰ ਰਿਕਾਰਡਿੰਗ ਚਾਹੀਦੀ, ਉਹਨੇ ਰਿਕਾਰਡਿੰਗ ਕਰਕੇ ਦੇ ਦੇਣੀ ਆ। ਮਤਲਬ ਸਾਡੀ ਦੋਨਾਂ ਸਿਸਟਰਸ ਦੀ ਗੁਰੂ ਨੇ ਸਾਹਿਬ ਨੇ ਆਪ ਖੁਦ ਬਾਂਹ ਫੜੀ ਹੈ, ਤੇ ਅਸੀਂ ਕਹਿੰਦੇ ਕਿ ਅਸੀਂ ਉਸ ਲੜਕੀ ਦਾ ਦੇਣ ਦੇ ਹੀ ਨਹੀਂ ਸਕਦੇ। ਇੱਦਾਂ ਹੀ ਇੱਕ ਸਿਮਰ ਹੈ, ਮਤਲਬ ਕੁੜੀ, ਉਹ ਵੀ ਮਤਲਬ ਤਰਨਤਾਰਨ ਤੋਂ ਸੀਗੀ, ਮੇਰੇ ਨਾਲ ਪੜ੍ਹਦੀ, ਉਹਨੇ ਵੀ ਮੇਰੀ ਬੜੀ ਹੈਲਪ ਕਰਨੀ, ਮੇਰੇ ਨਾਲ ਹੀ ਬੈਠਣਾ। ਮਤਲਬ ਕਈ ਬੱਚੇ ਇਸ ਤਰ੍ਹਾਂ ਦੇ ਸੀਗੇ ਕਿ ਉਹਨਾਂ ਨੂੰ ਆਪਣੀ ਰੈਪੂਟੇਸ਼ਨ ਦਾ ਸੀਗਾ, ਕਈ ਇਸ ਤਰ੍ਹਾਂ ਦੀ ਸੋਚ ਵੀ ਗੁਰੂ ਸਾਹਿਬ ਨੇ ਜਿੱਦਾਂ ਪ੍ਰੇਰ ਕੇ ਆਪ ਹੀ ਰਖਵਾਤੀ ਹੋਵੇ, ਸ਼ਾਇਦ ਮੈਨੂੰ ਤਾਂ ਇੱਦਾਂ ਹੀ ਲੱਗਦਾ। ਉਹ ਇੱਦਾਂ ਦੇ ਸੀਗੇ, ਉਹਨਾਂ ਨੇ ਮਤਲਬ ਮੇਰੇ ਨਾਲ ਹਰ ਗੱਲ ਕਰਨੀ, ਹਰ ਗੱਲ, ਮਤਲਬ ਇਹ ਨਹੀਂ ਸਮਝਣਾ ਵੀ ਇਹ ਬਲਾਈਂਡ ਹੈ, ਇਕੱਲੀ ਹੀ ਬੈਠੀ ਰਵੇ, ਜਾਂ ਇੱਕ ਸਾਈਡ ਤੇ ਬੈਂਚ ਤੇ ਕਈ ਬਿਠਾ ਕੇ ਹੀ ਚੱਲ ਜਾਣਾ ਵੀ ਬੈਂਚ ਤੇ ਬੈਠੀ ਰਹੇ ਤਾਂ ਬੈਠੀ ਰਹੇ, ਉਹ ਗੱਲ ਨਹੀਂ। ਉਹਨੇ ਮੇਰੇ ਨਾਲ ਬੈਠਣਾ, ਨਾਲ ਖਾਣਾ ਪੀਣਾ। ਕਈ ਬੱਚੇ ਇਸ ਤਰ੍ਹਾਂ ਦੇ ਸੀਗੇ, ਦੇਖ ਲਓ ਉਹ ਕੁੜੀ ਹੁਣ ਤੱਕ ਮੇਰੀ ਹੈਲਪ ਕਰ ਰਹੀ ਹੈ। ਹਾਂਜੀ, ਤੁਸੀਂ ਦੇਖ ਹੀ ਲਿਆ ਕਿੰਨੀ ਮਿਹਨਤ ਕੀਤੀ ਹੈ ਭੈਣਾਂ ਨੇ, ਕਿੱਥੇ ਪਟਿਆਲਾ, ਕਿੱਥੇ ਲੁਧਿਆਣਾ, ਕਿੱਥੇ ਅੰਮ੍ਰਿਤਸਰ ਜਾ ਕੇ ਪੜ੍ਹਾਈ ਕਰਨੀ, ਆਪ ਖੁਦ ਇਕੱਲਿਆਂ ਨੇ ਚੱਲ ਕੇ ਜਾਣਾ। ਜੇ ਪੱਟੀ ਸ਼ਹਿਰ ਦੀ ਗੱਲ ਕਰੀਏ ਤਾਂ ਪੱਟੀ ਸ਼ਹਿਰ ਦੇ ਵਿੱਚ ਵੀ ਭੈਣਾਂ ਇਸ ਤਰ੍ਹਾਂ ਤੁਰੀਆਂ ਫਿਰਦੀਆਂ ਨੇ। ਮੈਂ ਇਹ ਨਹੀਂ ਕਹਿ ਸਕਦਾ ਵੀ ਇਹਨਾਂ ਨੂੰ ਅੱਖਾਂ ਤੋਂ ਦਿਖਦਾ ਨਹੀਂ, ਮੈਂ ਤਾਂ ਇਹੀ ਕਹਾਂਗਾ ਵੀ ਅੱਖਾਂ ਤੋਂ ਸਾਡੇ ਨਾਲੋਂ ਵੀ ਜ਼ਿਆਦਾ ਇਹਨੂੰ ਦਿਖਦਾ। ਜਿਵੇਂ ਛੋਟੀ ਭੈਣ ਨੇ ਬੜੀ ਵਧੀਆ ਉਦਾਹਰਨ ਦਿੱਤੀ ਸੀ ਵੀ ਲਾਈਟ ਆਫ ਕਰਕੇ ਅਸੀਂ ਤੇ ਸਮਾਨ ਚੱਕ ਲਾਂਗੀਆਂ, ਪਰ ਤੁਸੀਂ ਨਹੀਂ ਉਠਾ ਸਕੋਗੇ, ਤੁਹਾਡੇ ਵਿੱਚ ਵੀ ਇਹ ਇੱਕ ਕਮੀ ਹੈ ਨਾ। ਹੁਣ ਦੋਨਾਂ ਭੈਣਾਂ ਤੋਂ ਅਸੀਂ ਕੀਰਤਨ ਵੀ ਸੁਣਾਂਗੇ, ਕਿਉਂਕਿ ਦੋਵੇਂ ਮਿਊਜ਼ਿਕ ਟੀਚਰ ਨੇ, ਕੋਸ਼ਿਸ਼ ਕਰਨਗੀਆਂ ਸਾਨੂੰ ਕੀਰਤਨ ਵੀ ਸਿਖਾਉਣਗੀਆਂ, ਤੇ ਨਾਲ ਦੀ ਨਾਲ ਜਿਹੜਾ ਹੈਗਾ ਉਹ ਅਸੀਂ ਇਹਨਾਂ ਦੇ ਮਾਤਾ ਪਿਤਾ ਦੇ ਨਾਲ ਵੀ ਗੱਲਬਾਤ ਕਰਾਂਗੇ, ਪੁੱਛਾਂਗੇ ਉਹਨਾਂ ਨੂੰ ਵੀ ਤੁਹਾਡੇ ਹੌਸਲੇ ਕਿਵੇਂ ਨੇ, ਕੋਈ ਢਹਿੰਦੀ ਕਲਾ ਤੇ ਨਹੀਂ, ਭੈਣਾਂ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ। ਆਪਾਂ ਗੱਲਬਾਤ ਕਰਦੇ ਹਾਂ ਭੈਣਾਂ ਦੇ ਮਾਤਾ ਪਿਤਾ ਦੇ ਨਾਲ, ਅਤੇ ਨਾਲ ਹੀ ਆਪਾਂ ਗੁਰੂ ਕੇ ਸ਼ਬਦ ਗੁਰਬਾਣੀ ਨੂੰ ਵੀ ਆਪਾਂ ਜਿਵੇਂ ਭੈਣ ਜੀ ਹੁਣਾਂ ਤੋਂ ਸੁਣਿਆ,
ਤੇ ਨਾਲ ਵੱਡੇ ਭੈਣ ਜੀ ਹੁਣੀ ਸਾਨੂੰ ਮਿਊਜ਼ਿਕ ਦੇ ਦੁਆਰਾ ਜਿਹੜਾ ਉਹ ਇੱਕ ਸ਼ਬਦ ਜ਼ਰੂਰ ਸਾਨੂੰ ਪੜ੍ਹ ਕੇ ਸੁਣਾਉਣ। ਸੁਣਨਾ ਪਿਆਰੇ ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ, ਸੁਣਨਾ ਪਿਆਰੇ ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ, ਤੁਲਿਜ ਕਰ ਬਸੇੜਾ, ਤੁਲਿਜ ਕਰ ਬਸੇੜਾ, ਔਰੁਲ ਬਸ ਮੈਂ ਤੇਰੀ, ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ, ਸੁਣਨਾ ਪਿਆਰੇ ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ। अपने ना है कोई न चाहे, अपने ना है कोई न चाहे, क्या कहिए क्या कीजिए, क्या कहिए क्या कीजे, तुलिज कर बसेड़ा, तुलिज कर बसेड़ा, औरुल बस मैं तेरी, एक बेनती मेरी, एक बेनती मेरी, सुनना प्यारे ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ। ਬਾਪੂ ਜੀ ਭੈਣਾਂ ਦੇ ਹੌਸਲੇ ਤੇ ਜਿਹੜੇ ਬੜੇ ਚੜ੍ਹਦੀ ਕਲਾ ਦੇ ਵਿੱਚ ਨੇ, ਮੈਂ ਤੇ ਹੈਰਾਨ ਹੋ ਗਿਆ। ਤੁਸੀਂ ਦੱਸੋ ਤੁਹਾਡਾ ਮਨ ਤਾਂ ਨਹੀਂ ਕਦੇ ਡਗਮਗਾਇਆ? ਨਹੀਂ ਜੀ ਨਹੀਂ, ਬੜਾ ਕਿਰਪਾ ਮਹਾਰਾਜ ਤੇ ਨਾਲ ਅਸੀਂ ਸ਼ੁਕਰਾਨਾ ਹੀ ਕਰਦੇ ਰਹਿੰਦੇ ਆ। ਪਰਮੇਸ਼ਰ ਤੁਹਾਡੀ ਵੱਡੀ ਵੱਡੀ ਦੇਣ ਆ, ਜਿਨ੍ਹਾਂ ਦੇ ਤੁਸੀਂ ਐਡੀ ਕਿਰਪਾ ਕਰਕੇ ਇਹਨਾਂ ਨੂੰ ਇੰਨਾ ਪੜ੍ਹਾ ਲਿਖਾ ਕੇ ਨੌਕਰੀ ਵੀ ਦਵਾ ਰਹੇ ਆ। ਦੂਜੀ ਬੱਚੀ ਦੇ ਵੀ ਪਰਮੇਸ਼ਰ ਕਿਰਪਾ ਕਰੂਗਾ ਜੀ। ਇਹ ਜਿਸ ਤਰ੍ਹਾਂ ਵੱਡੀ ਭੈਣ ਨੂੰ ਨੌਕਰੀ ਮਿਲ ਗਈ ਆ ਸਰਕਾਰੀ ਜੌਬ, ਇਹਨਾਂ ਨੂੰ ਵੀ ਕੋਟੇ ਦੇ ਵਿੱਚ ਸਰਕਾਰ ਨੂੰ ਦੇਣੀ ਚਾਹੀਦੀ ਹੈ। ਇੰਨੀ ਪੜ੍ਹਾਈ ਕੀਤੀ ਆ, ਬਰੇਲ ਭਾਸ਼ਾ ਹੈ, ਸਭ ਕੁਝ ਸਿੱਖੀ ਹੋਈ ਆ। ਅਸੀਂ ਤਾਂ ਇਹੋ ਹੀ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਬਲਾਈਂਡ ਬੱਚਿਆਂ 'ਤੇ ਵੀ ਤਰਸ ਕਰੋ। ਇੰਨੀ ਇੰਨੀ ਪੜ੍ਹਾਈ ਕਰਕੇ ਉਹ ਘਰੇ ਬੈਠੇ ਆ, ਉਹਨਾਂ ਨੂੰ ਵੀ ਦੇਣੀ ਚਾਹੀਦੀ ਨੌਕਰੀ ਸਰਕਾਰ ਨੂੰ। ਮਾਤਾ ਜੀ ਨਾਲ ਨੇ। ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਭੈਣਾਂ ਨੇ ਦੱਸਿਆ ਵੀ ਸਾਡੀ ਮਾਤਾ ਨੇ ਸਾਨੂੰ ਬੜਾ ਹੌਸਲਾ ਦਿੱਤਾ, ਜਿਵੇਂ ਇੱਕ ਗਲੀ ਵਿੱਚ ਜਾਣ ਦੀ ਗੱਲ ਕੀਤੀ ਵੀ ਮੈਨੂੰ ਅੱਗੇ ਤੋਰ ਦੇਣਾ, ਆਪ ਹੌਲੀ ਹੌਲੀ ਮੇਰੇ ਪਿੱਛੇ ਪਿੱਛੇ ਆਉਣਾ। ਮਾਵਾਂ ਨੂੰ ਹੁੰਦਾ ਹੀ ਹੈ ਨਾ ਵੀ ਮੇਰਾ ਪੁੱਤ ਜਿਹੜਾ ਉਹ ਭੁਲੇਖਾ ਨਾ ਖਾ ਜਾਵੇ, ਜਾਂ ਕਿਸੇ ਦੇ ਵਿੱਚ ਪਹਿਲਾਂ ਹੁੰਦਾ ਹੀ ਹੈ ਵੀ ਕੋਈ ਐਕਸੀਡੈਂਟ ਵਗੈਰਾ ਨਾ ਹੋ ਜਾਵੇ, ਹੈ ਨਾ। ਤੇ ਫਿਰ ਵੀ ਭੈਣ ਨੇ ਬੜੀ ਵਧੀਆ ਗੱਲ ਕਹੀ ਵੀ ਮੈਨੂੰ ਫਿਰ ਵੀ ਪਤਾ ਲੱਗ ਜਾਂਦਾ ਵੀ ਮਾਤਾ ਹੌਲੀ ਹੌਲੀ ਬੋਚਵੇਂ ਪੈਰੀ ਪਿੱਛੇ ਪਿੱਛੇ ਤੁਰੀ ਆਉਂਦੀ ਹੈ। ਇਹਦਾ ਮਤਲਬ ਤੁਸੀਂ ਵੀ ਹੌਸਲਾ ਦਿੱਤਾ? ਹਾਂਜੀ ਹਾਂਜੀ, ਐਵੇਂ ਹੀ ਕਿ ਮੈਂ ਕੀਤਾ ਜੀ। ਮੈਂ ਮਗਰ ਮਗਰ ਜਾਣਾ, ਇਹਨੇ ਹੌਲੀ ਹੌਲੀ ਤੁਰੀ ਜਾਣਾ। ਮੈਂ ਵੇਖਣਾ ਵੀ ਕਿਤੇ ਠੁੱਡਾ ਲੈ ਕੇ ਡੇਗਣਾ ਪਵੇ ਕਿਤੇ। ਪਰ ਇਹਨੇ ਬਹੁਤ ਵੀ ਸਾਡੇ ਤੇ ਮਿਹਨਤ ਕੀਤੀ ਕੁੜੀ ਨੇ। ਮੈਂ ਵੀ ਨਾਲ ਜਾ ਕੇ ਮਿਹਨਤ ਬਹੁਤ ਕਰਵਾਈ ਆ ਜੀ। ਮੈਂ ਸ਼ੌਂਕ ਮੈਨੂੰ ਇਹ ਸੀ ਵੀ ਪੜ੍ਹਾਈ ਕਰਨੀਆਂ ਤੇ ਕੀਰਤਨ ਕਰਨੀਆਂ, ਬਾਣੀ ਪੜ੍ਹਨੀਆਂ, ਇਹ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਜੀ। ਮਾਤਾ ਜੀ ਇਹ ਤਾਂ ਨਹੀਂ ਦਿਮਾਗ ਦੇ ਵਿੱਚ ਆਇਆ ਵੀ ਇਹਨਾਂ ਨੂੰ ਅੱਖਾਂ ਤੋਂ ਦਿਖਦਾ ਨਹੀਂ? ਉਹ ਤਾਂ ਆ ਜਾਂਦਾ ਜੀ, ਕਦੀ ਕਦੀ ਤਾਂ ਆ ਹੀ ਜਾਂਦਾ ਵੀ ਜਦੋਂ ਮਾੜਾ ਮੋਟਾ ਕਰਦੀਆਂ ਨੇ ਵੀ ਅਗਾਂ ਪਿਛਾਂ। ਫਿਰ ਕੋਈ ਰਿਸ਼ਤੇ ਕਈ ਆਉਂਦੇ ਆ, ਕਈ ਫਿਰ ਪਿੱਛੇ ਹਟ ਜਾਂਦੇ ਆ ਵੀ ਅਸੀਂ ਨਹੀਂ ਲੈਣਾ, ਵੀ ਕੁੜੀਆਂ ਨੂੰ ਬੇਟੀਆਂ ਨੂੰ ਦਿਖਦਾ ਨਹੀਂ। ਫਿਰ ਉਹ ਕੋਈ ਮਹਿਸੂਸ ਕਰਦੇ ਆ ਵੀ ਇਹਨਾਂ ਨੂੰ ਵੀ ਹਾਂਜੀ ਵੀ ਇਹਨਾਂ ਨੂੰ ਕੁਝ ਨਹੀਂ ਆਉਂਦਾ, ਵੀ ਇਹ ਬਹੁਤ ਇਹਨਾਂ ਦਾ ਬੋਝ ਸਾਡੇ ਤੇ ਪੈ ਜਾਊਗਾ। ਪਰ ਮੈਂ ਇਹਨਾਂ ਨੂੰ ਕਹਿੰਦੀ ਵੀ ਆ ਵੀ ਇਹਨਾਂ ਦੇ ਬੋਝ ਹੈ ਨਹੀਂਗਾ, ਵੀ ਕੰਮ ਬਹੁਤ ਸੋਹਣਾ ਕਰ ਲੈਂਦੀਆਂ, ਸਾਰਾ ਕੁਝ ਕਰ ਲੈਂਦੀਆਂ, ਕੀਰਤਨ ਸੁਣੋ। ਪਰ ਉਹ ਫਿਰ ਵੀ ਨਹੀਂ ਕੋਈ ਮੰਨਦਾ। ਹਾਂ, ਤੇ ਸਾਨੂੰ ਇਹ ਹੋਈ ਆ ਵੀ ਬੇਟਾ ਕੋਈ ਚੰਗਾ ਮਿਲ ਜੇ। ਬਸ ਮੈਨੂੰ ਇਹ ਆ ਵਿਸ਼ਵਾਸ ਵੀ ਕਿਤੇ ਨੂੰ ਪਰ ਮਹਾਰਾਜ ਨੇ ਕਰਨਾ ਹੈ, ਪਰ ਦੁਨੀਆ ਨਹੀਂ ਅੱਜ ਕੱਲ ਨਾ ਹੀ ਕਰ ਦਿੰਦੇ ਜੀ। ਮਾਤਾ ਦੇ ਬੜੇ ਫਰਜ਼ ਹੁੰਦੇ ਨੇ, ਜਾਣੀ ਕਿ ਹਰ ਚੀਜ਼ ਤੁਸੀਂ ਇਹਨਾਂ ਨੂੰ ਸਿਖਾਈ ਹੈ, ਹਰ ਤਰ੍ਹਾਂ ਦਾ ਪਿਆਰ ਦਿੱਤਾ। ਹਾਂਜੀ ਹਾਂਜੀ, ਪਿਆਰ ਦਿੱਤਾ ਜੀ। ਪਰ ਇਹ ਆ ਮੇਰੇ ਹੁਣੇ ਇਹ ਆਣੀ ਆ ਵੀ ਮੈਨੂੰ ਮਹਾਰਾਜ ਪਰਮਾਤਮਾ ਜੀ ਇਹੋ ਜਿਹਾ ਜਵਾਈ ਮਿਲ ਜੇ ਜਿਹੜਾ ਵੀ ਇਹਨਾਂ ਨੂੰ ਵੀ ਮਾੜਾ ਮੋਟਾ ਲੈ ਕੇ ਤੁਰਿਆ ਫਿਰੇ, ਬਾਂਹ ਫੜ ਕੇ ਲੈਗਾ ਫਿਰੇ, ਵੀ ਉਹ ਸਾਡੇ ਜਿਉਂਦਿਆਂ ਜਿਉਂਦਿਆਂ ਵੀ ਸਾਨੂੰ ਅਸੀਂ ਵੇਖ ਲਈਏ ਖੁਸ਼ੀ ਕੋਈ। ਹਾਂਜੀ ਬਾਪੂ ਜੀ 2 ਪੁੱਤਰ ਸਨ ਤੁਹਾਡੇ, ਤੁਸੀਂ ਜਿਵੇਂ ਸਾਨੂੰ ਦੱਸਿਆ, ਸਾਨੂੰ ਫੋਟੋ ਵੀ ਦਿਖਾਈ ਤੁਸੀਂ, ਤਸਵੀਰ ਉਹਨਾਂ ਦੀ।
ਤੇ ਦੇਖੋ ਉਹ ਘਾਟਾ ਤੇ ਕਦੇ ਪੂਰਾ ਨਹੀਂ ਹੋਣਾ ਹਨਾ। ਹਾਂਜੀ, ਹਾਂਜੀ, ਚਾਹੇ ਕੁਝ ਵੀ ਹੋਵੇ, ਪੁੱਤ ਵੀ ਹੁੰਦੇ ਨੇ, ਧੀਆਂ ਵੀ ਬਰਾਬਰ ਨੇ, ਸਾਰਾ ਇੱਕ ਪਰਿਵਾਰ ਸੀ ਤੁਹਾਡਾ ਹਨਾ। ਹੁਣ ਕਦੇ ਮਨ ਦੇ ਵਿੱਚ ਤੇ ਨਹੀਂ ਆਇਆ ਜਿਹੜੇ ਹੌਸਲੇ ਨੇ, ਮੈਂ ਫੇਰ ਦੁਬਾਰਾ ਉਹੀ ਸਵਾਲ ਕਰਦਾ, ਚੜ੍ਹਦੀ ਕਲਾ ਦੇ ਵਿੱਚ ਨੇ ਨਾ, ਚੜ੍ਹਦੀ ਕਲਾ ਜੀ। ਬੱਚਿਆਂ ਦੀ ਯਾਦ ਤੇ ਆਉਂਦੀ ਹੋਏਗੀ, ਪਰ ਭੈਣਾਂ ਨੂੰ ਦੇਖ ਕੇ ਵੀ ਸਾਰਾ ਕੰਮ ਕਰਦੀਆਂ ਨਹੀਂ ਨੇ। ਉਹ ਸਾਰਾ ਕੁਝ ਪਰਮੇਸ਼ਰ ਨੇ ਭੁਲਾ ਹੀ ਦਿੱਤਾ ਜੀ। ਪੁੱਤਰਾਂ ਦਾ ਇਹਨਾਂ ਨੇ ਪੁੱਤਰਾਂ ਨੂੰ ਵੀ ਵੱਧ ਹੋ ਕੇ ਵਿਖਾਤਾ ਜੀ ਧੀਆਂ ਨੇ। ਜੀ ਮੈਂ ਤਾਂ ਜੀ ਕਹਿ ਹੀ ਨਹੀਂ ਸਕਦਾ, ਲੋਕੀਆਂ ਦੇ ਵੀ ਧੀਆਂ ਇਸ ਤਰ੍ਹਾਂ ਕਰਦੇ ਆ, ਨਹੀਂ ਕਰਨਾ ਚਾਹੀਦੀਆਂ। ਧੀਆਂ ਬਹੁਤ ਵੱਡੀ ਦੇਣ ਆ ਤੇ ਇਹ ਪੁੱਤਰਾਂ ਨੂੰ ਵੀ ਵੱਧ ਇਹਨਾਂ ਨੇ ਕਰਕੇ ਵਿਖਾਇਆ ਜੀ। ਤੇ ਇਹ ਪੜ੍ਹਾਈ ਇਹਨਾਂ ਨੇ ਬਹੁਤ ਇੰਨੀ ਪੜ੍ਹਾਈ ਕਰ ਗਈ, ਸਾਨੂੰ ਤਾਂ ਨਹੀਂ ਇੰਨੀ ਖੁਸ਼ੀ ਆ। ਅਸੀਂ ਪਰਮੇਸ਼ਰ ਦਾ ਸ਼ੁਕਰਾਨਾ ਤੜਕੇ ਉੱਠ ਕੇ ਕਰਦੇ ਆ। ਪਰਮੇਸ਼ਰ ਤੇਰਾ ਕੋਟ ਕੋਟ ਸ਼ੁਕਰਾਨਾ, ਪਰਮੇਸ਼ਰ ਤੇਰਾ ਅਸੀਂ ਦੇਣ ਦੇ ਹੀ ਨਹੀਂ ਸਕਦੇ, ਤੂੰ ਸਾਨੂੰ ਇਹ ਪੁੱਤਰ ਹੀ ਦੇਤੇ ਆ। ਜੀ ਜੀ ਹਾਂਜੀ ਬਾਪੂ ਜੀ, ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹ ਭੈਣਾਂ ਛੋਟੀਆਂ ਸੀਗੀਆਂ, ਉਦੋਂ ਲੱਗਦਾ ਸੀ ਵੀ ਮੈਂ ਇਹਨਾਂ ਨੂੰ ਇੱਥੇ ਤੱਕ ਪੜ੍ਹਾ ਸਕਾਂਗਾ, ਜਾਂ ਇਹ ਸਰਕਾਰੀ ਜੌਬ ਤੇ ਲੱਗ ਜਾਣਗੀਆਂ, ਜਾਂ ਇਹ ਮਿਊਜ਼ਿਕ ਸਿੱਖ ਲੈਣਗੀਆਂ? ਇਹ ਨਹੀਂ ਹੀ ਵਾਹਿਗੁਰੂ ਜੀ, ਇਹ ਮਤਲਬ ਨਾ ਪਰਮੇਸ਼ਰ ਦੇ ਅਸੀਂ ਇਹਦੀਆਂ ਦੀ ਮੰਮੀ ਨੇ ਬੜਾ ਕੁਝ ਕੀਤਾ। ਇਹ ਨਾ ਬੁੱਲ ਕਾਲੇ ਕਰ ਜਾਂਦੀਆਂ ਹੁੰਦੀਆਂ ਸੀ। ਮੈਂ ਆਖਣਾ ਤੂੰ ਛੱਡ, ਕੁੜੀਆਂ ਵੀ ਆਪਣੇ ਬੱਚੇ ਨਹੀਂ ਹੈਗੇ ਤੇ ਇਹ ਵੀ ਵਿਚਾਰੀਆਂ ਇਸ ਤਰ੍ਹਾਂ ਕਰਦੀਆਂ, ਮੇਥੋਂ ਨਹੀਂ ਚੱਲਿਆ ਜਾਂਦਾ। ਤੇ ਪਰ ਇਹਨੇ ਆਖਿਆ ਨਾ, ਮੈਂ ਬੱਚੀਆਂ ਨੂੰ ਨਹੀਂ ਲਿਜਾਣਾ, ਸਕੂਲੋਂ ਨਹੀਂ ਹਟਾਉਣਾ ਤੇ ਮਤਲਬ ਇਹਨਾਂ ਨੂੰ ਪੜ੍ਹਾਉਣਾ ਹੀ ਪੜ੍ਹਾਉਣਾ, ਭਾਵੇਂ ਕੁਝ ਦਾ ਕੁਝ ਹੋ ਜੇ। ਇਹਨਾਂ ਨੇ ਆਖਣਾ ਕਰਨਾ ਬੱਚੀਆਂ ਨੂੰ ਵੀ ਪੁੱਤਰ ਤੁਸੀਂ ਪੜ੍ਹੋਗੀਆਂ ਤੇ ਮੈਂ ਤੁਹਾਨੂੰ ਹਾਂ ਮਿਹਨਤ ਕਰਾਈ ਆ ਜੀ। ਜੌਬ ਤੇ ਹੁੰਦੇ ਹੋ? ਹਾਂਜੀ ਮੈਂ ਜੌਬ ਤੇ ਹੁੰਦਾ ਸਾਂ ਜੀ। ਤੇ ਇਹਨੇ ਫਿਰ ਮਤਲਬ ਮੇਰੇ ਨਾਲ ਲੁਧਿਆਣੇ, ਮੈਂ ਚੰਡੀਗੜ੍ਹ ਚੱਲਦਾ ਹੁੰਦਾ ਹਾਂ, ਇਹਨੇ ਨਾਲ ਦੀ ਨੇ ਚਲੇ ਜਾਣਾ, ਇਹਨਾਂ ਦੇ ਸਾਰਾ ਸਿਰ ਸੁਰ ਨਵਾ ਆਉਣਾ ਤੇ ਜਾ ਕੇ ਬਹੁਤ ਮਿਹਨਤ ਕਰਦੇ ਰਹੇ ਜੀ। ਇਹਨੇ ਫਿਰ ਸ਼ਾਮਾਂ ਨੂੰ ਆਉਣ ਲੱਗਿਆ ਮੇਰੇ ਨਾਲ ਬੱਸ ਤੇ ਵਾਪਸ ਆ ਜਾਣਾ ਕਰਨਾ। ਤੇ ਇਸ ਤਰ੍ਹਾਂ ਜੀ ਪਰਮੇਸ਼ਰ ਦੀ ਕਿਰਪਾ ਨਾਲ ਹੀ ਇਹ ਸਭ ਕੁਝ ਹੋਇਆ ਜੀ। ਅੱਜ ਨੌਕਰੀ ਮਿਲ ਗਈਆਂ ਤੇ ਬਹੁਤ ਪੁੱਤਰਾਂ ਨੂੰ ਵੱਧ ਇਹਨਾਂ ਨੇ ਕਰਕੇ ਵਿਖਾਤਾ ਜੀ। ਤੇ ਸਾਨੂੰ ਪਰਮੇਸ਼ਰ ਨੇ ਪੁੱਤਰ ਯਾਦ ਹੀ ਨਹੀਂ ਆਉਣ ਦਿੱਤੇ ਵੀ ਅੱਜ ਸਾਡੇ ਪੁੱਤਰ ਨਹੀਂ, ਇਹਨਾਂ ਨੇ ਪੁੱਤਰਾਂ ਵਾਲੀ ਕਮੀ ਰਹਿਣ ਹੀ ਨਹੀਂ ਦਿੱਤੀ। ਇੰਨਾ ਅਸੀਂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹਾਂ। ਪਰਮੇਸ਼ਰ ਉਹਦੀ ਦੇਣ ਆ ਜੀ। ਪੁੱਤਰ ਵੀ ਹੁੰਦੇ ਆ, ਧੀਆਂ ਵੀ ਪਰਮੇਸ਼ਰ ਦੀਆਂ, ਤੇ ਉਹ ਕੱਚੀ ਵੱਢ ਲੇ ਪੱਕੀ ਵੱਢ ਲੇ, ਤੇ ਹੈ ਤਾਂ ਸਭ ਕੁਝ ਹੁੰਦਾ ਹੀ ਹੈ ਨਾ ਜੀ। ਜੀ ਜੀ ਜੀ। ਤੇ ਅਸੀਂ ਤਾਂ ਜੀ ਮਾਤਾ ਜੀ, ਜੇ ਆਪਾਂ ਗੱਲ ਕਰੀਏ ਤਾਂ ਹੌਸਲੇ ਦੀ, ਜਿਵੇਂ ਭੈਣਾਂ ਪੜ੍ਹਨ ਚਲੇ ਜਾਂਦੀਆਂ ਸੀਗੀਆਂ, ਤੁਸੀਂ ਘਰੇ ਹੁੰਦੇ ਸੀ, ਕਈ ਦਿਨ ਗੱਲ ਵੀ ਨਹੀਂ ਹੁੰਦੀ ਹੋਏਗੀ ਹੈ ਨਾ, ਤੇ ਹਾਂਜੀ ਕਹਿੰਦੇ ਫੋਨ ਨਹੀਂ ਸੀ ਹੁੰਦਾ, ਭੈਣ ਜੀ ਕਹਿੰਦੇ ਵੀ ਗੱਲ ਨਹੀਂ ਸੀ ਹੁੰਦੀ ਪਿੱਛੇ। ਫਿਰ ਵੀ ਮੰਨ ਲਓ ਵੀ ਜਾਣਾ ਵਾਹਿਗੁਰੂ ਜੀ ਬਹੁਤ ਜ਼ਿਆਦਾ, ਇਹ ਸਾਡੇ ਰਿਸ਼ਤੇਦਾਰ ਵੀ ਸਾਰੇ ਕਹਿੰਦੇ ਸੀ ਵੀ ਬੇਟੇ ਮਰ ਗਏ ਆ ਤੇਰੇ ਤੇ ਤੂੰ ਕੁੜੀਆਂ ਨੂੰ ਵੀ ਮਾਰ ਦੇਣਾ ਸਕੂਲੇ ਬਹਾ ਕੇ। ਤੇ ਮੈਂ ਇਹਨਾਂ ਨੂੰ ਕੁੜੀਆਂ ਨੂੰ ਕਿਹਾ ਵੀ ਜਦੋਂ ਤੁਸੀਂ ਬੇਟੀਆਂ ਪੜ੍ਹੋਗਾ ਤੇ ਤੁਹਾਨੂੰ ਮੈਂ ਲੈ ਕੇ ਜਾਣਾ, ਜਿੰਨੀ ਤਾਂ ਮੈਨੂੰ ਨਹੀਂ ਜੇ ਲੈ ਕੇ ਜਾਣਾ। ਜਿਹੜੀ ਮੇਰੀ ਆਸ ਸੀ, ਮੈਂ ਇਹਨਾਂ ਨੂੰ ਇਹੋ ਹੀ ਸੀ ਵੀ ਮੈਨੂੰ ਮੇਰੀਆਂ ਬੇਟੀਆਂ ਕੀਰਤਨ ਕਰਨ, ਬਾਣੀ ਕਰਨ, ਪੜ੍ਹਨ, ਇਹ ਮੇਰੀ ਬਹੁਤ ਆਸ ਸੀ, ਮੇਨ ਸੀ। ਪਰ ਇਹਨਾਂ ਨੇ ਮੈਨੂੰ ਕਰ ਵਿਖਾਈ ਜੀ। ਹੁਣ ਦੋਏ ਭੈਣਾਂ ਤੇ ਮਾਣ ਮਹਿਸੂਸ ਹੁੰਦਾ ਨਾ? ਬਹੁਤ ਜ਼ਿਆਦਾ ਜੀ ਹੁੰਦਾ ਜੀ। ਮੈਂ ਇਕੱਲੀ ਵੀ ਕਈ ਵਾਰੀ ਦਿੱਲੀ ਚੱਲਦੇ ਸੀ, 2-2 ਦਿਨ ਨਹੀਂ ਸੀ ਆਉਂਦੇ ਘਰ, ਇਕੱਲੀ ਵੀ ਰਹਿ ਕੇ ਮੈਂ ਗੁਜ਼ਾਰਾ ਕਰਦੀ ਰਹੀ ਹਾਂ ਜੀ ਬਹੁਤ ਜ਼ਿਆਦਾ। ਤੇ ਪਰ ਗੁਰੂ ਨਾਨਕ ਮੇਰੇ ਨਾਲ ਸੀ, ਮੇਰਾ ਪਰਮੇਸ਼ਰ ਮੇਰੇ ਨਾਲ ਸੀ। ਮੈਨੂੰ ਐਂ ਲੱਗਣਾ ਵੀ ਜਿਵੇਂ ਮੇਰੇ ਮੰਜੀ ਦੇ ਕੋਲ ਵੀ ਤੂੰ ਇਕੱਲੀ ਨਹੀਂ ਪਈ, ਮੈਂ ਤੇਰੇ ਕੋਲ ਪਿਆ, ਵੀ ਤੇਰੇ ਕੋਲ ਆ, ਮੈਂ ਤੇਰੇ ਕੋਲ। ਹਾਂਜੀ ਰਿਕਵੈਸਟ ਕਰਨਾ ਚਾਹਾਂਗੀ, ਤੁਸੀਂ ਤੁਹਾਡੀ ਸਾਰੀ ਮੈਸੇਜ ਜਾਣਾ ਪੂਰੇ ਪੰਜਾਬ ਦੇ ਵਿੱਚ, ਪੂਰੇ ਆਲ ਵਰਲਡ ਦੇ ਵਿੱਚ ਜਾਣਾ। ਜਮਾਲਪੁਰ ਸਕੂਲ ਦੇ ਵਿੱਚ ਅਸੀਂ ਕਿਉਂਕਿ ਪੜ੍ਹੇ ਆ, ਉੱਥੇ ਅੱਜ ਵੀ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਸਟਾਫ ਪੂਰਾ ਨਹੀਂ। ਤੇ ਸਾਡੀ ਇਹੀ ਬੇਨਤੀ ਹੈ, ਅਸੀਂ ਤਾਂ ਇੱਕ ਰਿਕਵੈਸਟ ਕਰ ਸਕਦੇ ਹਾਂ, ਛੋਟੇ ਜਿਹੇ ਆਮ ਜਿਹੇ ਬੰਦੇ ਆ ਅਸੀਂ, ਤੇ ਅਸੀਂ ਰਿਕਵੈਸਟ ਆ ਸਾਡੀ ਗਵਰਨਮੈਂਟ ਕੋਲ ਕਿ ਉਹ ਉੱਥੇ ਟੀਚਰਾਂ ਦੀ ਵੈਕੈਂਸੀਜ਼ ਖੋਲ੍ਹਣ, ਤਾਂ ਕਿ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੈ ਨਾ ਜਿਹੜਾ ਉਹ ਬਣ ਸਕੇ। ਮੇਰੇ ਭੈਣ ਭਰਾਵਾਂ ਦਾ, ਮੇਰੇ ਛੋਟੇ ਭੈਣ ਭਰਾਵਾਂ ਨੇ ਆਉਣਾ ਉੱਥੇ, ਉਹਨਾਂ ਨੂੰ ਕੁਝ ਸਿੱਖਿਆ ਮਿਲ ਸਕੇ। ਇੱਕ ਗਵਰਨਮੈਂਟ ਦਾ ਸਕੂਲ ਹੈ, ਸੰਸਥਾ ਤੁਸੀਂ ਖੋਲ੍ਹੀ ਹੈ, ਤੇ ਫਿਰ ਤੁਹਾਨੂੰ ਟੀਚਰਸ ਦੀ ਵੀ ਲੋੜ ਹੈ। ਬਹੁਤ ਜ਼ਿਆਦਾ ਰਿਕਵੈਸਟ ਕਰ ਚੁੱਕੇ ਮੇਰੇ ਸਾਥੀ, ਪਰ ਅੱਜ ਮੈਂ ਵੀ ਇੱਕ ਰਿਕਵੈਸਟ ਦੇ ਤੌਰ ਤੇ ਹੱਥ ਜੋੜ ਕੇ ਉਹਨਾਂ ਦੇ ਅੱਗੇ ਰਿਕਵੈਸਟ ਹੈ ਜੀ, ਮੁੱਖ ਮੰਤਰੀ ਸਾਹਿਬ ਜੀ ਅੱਗੇ, ਸਰ ਜੀ ਅੱਗੇ, ਕਿ ਤੁਸੀਂ ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰੋਗੇ। ਜੀ ਜੀ। ਜਿਵੇਂ ਮਾਤਾ ਜੀ ਭੈਣਾਂ ਦੇ ਹੌਸਲੇ ਬੁਲੰਦ ਨੇ, ਇਦਾਂ ਦੀਆਂ ਅਨੇਕਾਂ ਭੈਣਾਂ ਹੋਰ ਵੀ ਹੋਣਗੀਆਂ। ਅਖੀਰ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਮੈਂ ਤਾਂ ਕਹਿਣੀ ਆ ਵੀ ਇਸੇ ਤਰ੍ਹਾਂ ਵੀ ਜਿਵੇਂ ਇਹਨਾਂ ਨੇ ਕੀਤਾ, ਗੁਰਬਾਣੀ ਸਿੱਖੀ ਆ, ਪੜ੍ਹੀਆਂ ਨੇ, ਮੈਂ ਉਹਨਾਂ ਨੂੰ ਇਹੋ ਹੀ ਕਹਿੰਦੀ ਆ ਬੇਟੀਆਂ ਨੂੰ ਵੀ ਹੌਸਲਾ ਨਾ ਹਾਰੋ, ਤੁਸੀਂ ਬਸ ਨਾ ਵੀ ਇਹ ਕੰਮ ਤੁਸੀਂ ਆਪਦਾ ਸ਼ੁਰੂ ਕਰੋ, ਗੁਰੂ ਨਾਨਕ ਨੂੰ ਨਾ ਛੱਡੋ, ਪਰਮੇਸ਼ਰ ਨੂੰ ਨਾ ਛੱਡੋ, ਪੜ੍ਹਾਈ ਨਾ ਛੱਡੋ, ਇਹ ਤੁਸੀਂ ਜ਼ਰੂਰ ਕਰੋ ਤੇ ਤੁਹਾਨੂੰ ਵੀ ਐਵੇਂ ਸਭ ਕੁਝ ਮਿਲੂਗਾ, ਸਭ ਕੁਝ ਹੋਵੇਗਾ। ਮੇਰੀਆਂ ਬੇਟੀਆਂ ਵੇਖ ਲਓ ਵੀ ਕਿੱਥੇ ਅਪੜ ਗਈਆਂ।
ਜੀ ਜੀ ਹਾਂ ਬੇਟੀਆਂ ਵੇਖ ਲਓ ਕਿੱਥੇ ਪਹੁੰਚ ਗਈਆਂ ਨੇ, ਕਿੰਨੀ ਜ਼ਿਆਦਾ ਮਿਹਨਤ ਕੀਤੀ ਹੈ। ਮੈਂ ਫੇਰ ਆਪਣੀ ਗੱਲ ਨੂੰ ਦੁਹਰਾਵਾਂ, ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜਾ ਜਾ ਕੇ ਇਹਨਾਂ ਨੇ ਸਟੱਡੀ ਕੀਤੀ ਹੈ। ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਜਿਹੜਾ ਅਸੀਂ ਗੁਰੂ ਨੂੰ ਨਾਲ ਲੈ ਕੇ ਚੱਲਦੇ ਹਾਂ। ਬਾਪੂ ਜੀ ਹੁਣਾਂ ਦੇ ਜਵਾਨ ਦੇ ਉੱਪਰ ਵਾਰ-ਵਾਰ ਇੱਕੋ ਹੀ ਚੀਜ਼ ਹੈ ਵੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਅਸੀਂ ਗੁਰੂ ਦਾ ਧੰਨਵਾਦ ਕਰਦੇ ਹਾਂ, ਸਾਨੂੰ ਬੱਚੀਆਂ ਦਿੱਤੀਆਂ ਨੇ। ਛੋਟੇ ਛੋਟੇ ਬੱਚੇ ਚਾਹੇ ਚੜ੍ਹਾਈ ਕਰ ਗਏ ਸਨ, ਪਰ ਫਿਰ ਵੀ ਜਿਹੜੇ ਅੱਜ ਹੌਸਲੇ ਇਸੇ ਤਰ੍ਹਾਂ ਬਣੇ ਹੋਏ ਨੇ। ਅਸੀਂ ਵੀ ਆਸ ਕਰਦੇ ਹਾਂ ਕਿ ਭੈਣਾਂ ਦੇ ਉੱਪਰ ਅਕਾਲ ਪੁਰਖ ਰੱਬ ਜੀ ਦੀ ਹੋਰ ਕਿਰਪਾ ਹੋਵੇ, ਚੰਗਾ ਪਰਿਵਾਰ ਵੀ ਮਿਲੇ ਇਹਨਾਂ ਨੂੰ, ਤੇ ਆਪਣੀ ਸਟੱਡੀ ਕਰਕੇ ਹੋਰ ਅੱਗੇ ਵਧਣ। ਤੇ ਜਿਹੜਾ ਇਹਨਾਂ ਦੇ ਵਿੱਚ ਹੁਨਰ ਹੈ, ਇਹਨਾਂ ਦੇ ਵਿੱਚ ਗੁਣ ਹੈ, ਇਹੀ ਗੁਣ ਜਿਹੜੇ ਇਹਨਾਂ ਤੋਂ ਬੱਚੇ ਸਿੱਖਦੇ ਨੇ ਉਹਨਾਂ ਦੇ ਵਿੱਚ ਵੀ ਅੱਗੇ ਭਰ ਸਕਣ, ਤੇ ਸਾਰੇ ਹੀ ਪਰਿਵਾਰ ਦੇ ਨਾਲ ਇਸੇ ਤਰ੍ਹਾਂ ਇਹਨਾਂ ਦਾ ਪਿਆਰ ਬਣਿਆ ਰਹੇ। ਮੈਂ ਸੁਰਖਾਬ ਟੀਵੀ ਤੋਂ ਅਮਰਪ੍ਰੀਤ ਸਿੰਘ ਗੁੱਜਰਵਾਲ।